पंजाबी आवाज़ रेडियो इंडिया के ਸਰੋਤਿਆਂ ਦਾ स्वागत है। हफ्ते की शुरुआत करते हैं पंजाब की खबरसार जसविंदर सिंह बिट्टा होना दे नाल। जसविंदर सिंह जी, स्वागत है तुहाडा पंजाबी आवाज़ दे विच। जी बहुत मेहरबानी, शुक्रिया, धन्यवाद और सारे सुनने वालिਆਂ ਨੂੰ प्यार भरी निੱਘੀ सत श्री अकाल। सब तो पहला तो सानू केंद्र वालों पास कीते बिजली सोध बिल बारे दसो, ਉਹਦੇ बारे विवाद की होया पंजाब दे विच। हाँ जी बिल्कुल, पार्लीमेंट के अज एक नवा जिहड़ा बिजली सोध बिल है वो काफी जोर शोर नाल उठिया, क्योंकि सारे सूबियां ने साफ तौर पर केंद्र सरकार नूं आख्या भी तुसीं सूबियां नूं कठपुतली ना समझो। और बिजली सोध बिल के उत्ते पंजाब के मुख मंत्री ने काफी विरोध प्रगट किया ते नाल ही उन्होंने आख्या कि सड़क तो पार्लीमेंट तक असीं जिहड़ी इहदी लड़ाई लड़ांगे। लेकिन दूजे पासे यह है कि इनू सूबियां के अधिकारां दे उत्ते हमला भी किया जा रहा है। बिजली सोध बिल जिहड़ा 2022 है सूबियां के अधिकारां दे उत्ते एक बहुत वड्डा हमला इसलिए समझा जा रहा है कि इनू बिल नूं पार्लीमेंट दे विच पेश करन दा जिहड़ा सख्त विरोध जिथे पंजाब के मुख मंत्री भगवंत मान भी कर रहे हैं ते दूजे पासे वो कहंदे कि असीं अपने अधिकारां दी जिहड़ी लड़ाई लड़ांगे। लेकिन केंद्र सरकार का जिहड़ा बिजली सोध बिल के उत्ते है मुख मंत्री भगवंत मान जिथे ये गल कहंदे है कि केंद्र सरकार सूबियां नूं जिहड़ी कठपुतली ना समझे ते असीं अपने अधिकारां दी अपने हक्कां दी लड़ाई जिहड़ी पार्लीमेंट तक लड़ांगे सड़क तो लैके। केंद्र सरकार ने ये जिहड़ा बिल पार्लीमेंट दे विच लिआंदा है ਇਹਦੇ ਵਿੱਚ ਇਹਨੂੰ ਪਾਰਲੀਮੈਂਟ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਹੋਏਗਾ ਇਹ ਕਿ ਇਹਦੇ ਨਾਲ ਇੱਕ ਤਾਂ ਕੇਂਦਰ ਨੇ ਸਿੱਧੇ ਤੌਰ ਦੇ ਉੱਤੇ ਦਖਲ ਦਿੱਤਾ ਹੈ। ਕੇਂਦਰ ਦੀ ਜਿਹੜੀ ਕਮਿਟਮੈਂਟ ਹੈਗੀ ਹੈ ਸਾਰੇ ਸੂਬਿਆਂ ਨਾਲ ਸਲਾਹ ਕਰਕੇ ਇਸ ਬਿੱਲ ਨੂੰ ਦੁਬਾਰਾ ਲਿਆਉਣ ਦੀ ਸੀ, ਲੇਕਿਨ ਕੇਂਦਰ ਨੇ ਕੋਈ ਸਹਿਮਤੀ ਨਹੀਂ ਕੀਤੀ, ਕਿਸੇ ਸੂਬੇ ਨਾਲ ਕੋਈ ਚਰਚਾ ਨਹੀਂ ਕੀਤੀ ਔਰ ਇਹ ਬਿੱਲ ਲੈ ਕੇ ਆਂਦਾ ਹੈ। ਔਰ ਖੇਤੀ ਮੰਤਰੀ ਜੇ ਹਰਪਾਲ ਸਿੰਘ ਆਪਣਾ ਕੁਲਦੀਪ ਸਿੰਘ ਧਾਲੀਵਾਲ ਪਟਿਆਲੇ ਵਿੱਚ ਸਨ, ਉਹਨਾਂ ਨੇ ਵੀ ਆਖਿਆ ਵੀ ਅਸੀਂ ਬੜੀ ਸਖਤੀ ਨਾਲ ਇਸ ਬਿੱਲ ਦਾ ਵਿਰੋਧ ਕਰਦੇ ਹਾਂ। ਤੇ ਹਰਪਾਲ ਸਿੰਘ ਚੀਮਾ ਨੇ ਵੀ ਆਖਿਆ ਹੈ ਕਿ 2020 ਦੇ ਵਿੱਚ ਜਦੋਂ ਇਹ ਬਿੱਲ ਲਿਆਂਦਾ ਗਿਆ ਸੀ ਤਾਂ ਤਦ ਵੀ ਕਿਸਾਨਾਂ ਨੇ ਇਹਦਾ ਵਿਰੋਧ ਕੀਤਾ ਸੀਗਾ। ਇਹਦਾ ਅਸਲ 'ਚ ਖਦਸ਼ਾ ਕੀ ਹੈਗਾ ਕਿਸਾਨਾਂ ਨੂੰ ਇਹਦੇ ਵਿੱਚ ਖਦਸ਼ਾ ਹੈਗਾ ਕਿ ਇਹ ਜੇ ਬਿੱਲ ਲਾਗੂ ਹੋ ਜਾਂਦਾ ਹੈ ਤਾਂ ਬਿਜਲੀ ਦਾ ਜਿਹੜਾ ਵੀ ਇਲਾਕਾ ਹੈਗਾ, ਬਿਜਲੀ ਦਾ ਖੇਤਰ ਹੈਗਾ, ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਸਿੱਧੇ ਤੌਰ ਤੇ ਚਲਾ ਜਾਊਗਾ। ਤੇ ਜਿਵੇਂ ਪਾਵਰ ਸੈਕਟਰ ਹੈ ਜਿਹੜੇ ਉਹ ਸਟੇਟ ਚਲਾਉਂਦੇ ਨੇ ਤੇ ਪਾਵਰ ਸੈਕਟਰ ਹੁਣ ਜੇ ਸਟੇਟ ਚਲਾਉਂਦੇ ਆ ਤਾਂ ਇਹਦੇ ਬਾਅਦ ਕੀ ਹੋਏਗਾ ਕਿ ਇਹ ਬਿੱਲ ਜਦੋਂ ਲਾਗੂ ਹੋ ਜਾਏਗਾ ਉਦੋਂ ਜਿਹੜੀਆਂ ਅਡਾਨੀ ਵਰਗੀਆਂ ਜਿਹੜੀਆਂ ਪ੍ਰਾਈਵੇਟ ਘਰਾਣੇ ਨੇ ਜਿਹੜੇ ਇੱਕ ਬਿਜਲੀ ਸੈਕਟਰ ਦੇ ਉੱਤੇ ਕੰਮ ਵੀ ਕਰਦੇ ਆ, ਜਿਨ੍ਹਾਂ ਦੀ ਨਿਵੇਸ਼ ਵੀ ਹੈਗਾ ਬਿਜਲੀ ਸੈਕਟਰ ਦੇ ਵਿੱਚ, ਜਿਵੇਂ ਦਿੱਲੀ ਦੇ ਵਿੱਚ ਪ੍ਰਾਈਵੇਟ ਬਿਜਲੀ ਹੈਗੀ ਹੈ, ਤਾਂ ਉਹਨਾਂ ਘਰਾਣਿਆਂ ਦਾ ਇਹਦੇ ਤੇ ਹੱਕ ਹੋ ਜਾਏਗਾ। ਔਰ ਬਿਜਲੀ ਜਦੋਂ ਪ੍ਰਾਈਵੇਟ ਹੋ ਜਾਏਗੀ ਤਾਂ ਇਹਦੇ ਤੇ ਕੋਈ ਸਬਸਿਡੀ ਜਿਹੜੀ ਨਹੀਂ ਆਏਗੀ। ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਇਹਦੇ ਤੇ ਅਕਾਲੀ ਦਲ ਨੂੰ ਵੀ ਘੇਰਿਆ। ਉਹਨਾਂ ਨੇ ਆਖਿਆ ਕਿ ਇਹ ਬਿੱਲ ਉਦੋਂ ਸੀਗਾ ਆਇਆ ਜਦੋਂ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਜਿਹੜੇ ਹਰਸਿਮਰਤ ਕੌਰ ਬਾਦਲ ਨੇ ਇਸ ਦਸਤਖਤ ਕੀਤੇ ਸਨ ਇਸ ਬਿੱਲ ਤੇ ਹੁਣ ਇਹਦਾ ਵਿਰੋਧ ਕਿਉਂ ਕਰ ਰਹੇ ਹੈ। ਤੇ ਉਹਨਾਂ ਨੇ ਆਖਿਆ ਕਿ ਇਹਦਾ ਮਤਲਬ ਹੈ ਕਿ ਉਹ ਭਾਜਪਾ ਦੇ ਨਾਲ ਵੀ ਰਲੇ ਹੋਏ ਨੇ ਤੇ ਆਮ ਆਦਮੀ ਪਾਰਟੀ ਇਹਦੇ ਖਿਲਾਫ ਜਦੋਂ ਪ੍ਰਦਰਸ਼ਨ ਕਰ ਰਹੀ ਹੈ ਰਾਜ ਸਭਾ ਵਿੱਚ, ਆਮ ਆਦਮੀ ਪਾਰਟੀ ਦੇ ਸੰਸਦ ਇਸ ਦਾ ਵਿਰੋਧ ਕਰ ਰਹੇ ਹੈ ਤੇ ਹਰਸਿਮਰਤ ਕੌਰ ਬਾਦਲ ਨੇ ਉਦੋਂ ਕਿਉਂ ਇਹਦਾ ਪੱਖ ਪੂਰਿਆ ਸੀਗਾ। ਦੂਜੇ ਪਾਸੇ ਇਹ ਹੈਗਾ ਕਿ ਕੇਂਦਰ ਸਰਕਾਰ ਦਾ ਜਿਹੜਾ ਬਿਜਲੀ ਸੋਧ ਬਿੱਲ ਹੈ ਇਹਦੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਹੈ ਸੁਖਬੀਰ ਸਿੰਘ ਬਾਦਲ, ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ ਔਰ ਚਿੱਠੀ ਦੇ ਵਿੱਚ ਉਹਨਾਂ ਨੇ ਆਖਿਆ ਕਿ ਸੂਬੇ ਦੇ ਵਿੱਚ ਕਿਸਾਨ ਤੇ ਕਿਸਾਨ ਜਥੇਬੰਦੀਆਂ ਨਾਲ ਇਹਦੀ ਚਰਚਾ ਕੀਤੀ ਜਾਵੇ ਔਰ ਇਸ ਬਿੱਲ ਨੂੰ ਜਿਹੜਾ ਵਾਪਸ ਲਿਆਂਦਾ ਜਾਵੇ। ਔਰ ਇਸ ਬਿੱਲ ਨੂੰ ਉਹਨਾਂ ਨੇ ਵੀ ਆਖਿਆ ਕਿ ਜੁਆਇੰਟ ਪਾਰਲੀਮੈਂਟਰੀ ਕਮੇਟੀ ਹੈ ਜਿਹੜੀ JPC, ਉਹਨੂੰ ਭੇਜਿਆ ਜਾਵੇ ਤੇ ਸਾਰੇ ਜਿਹੜੇ ਨੁਕਤੇ ਹੈ ਜਾਂ ਕਮੀਆਂ ਨੇ ਜਾਂ ਜਿਹੜੇ ਆਬਜੈਕਸ਼ਨ ਨੇ ਉਹਨਾਂ ਨੂੰ ਸੁਣ ਕੇ ਇਹਦਾ ਪੂਰੀ ਤਰ੍ਹਾਂ ਇਹਦਾ ਹੱਲ ਕੀਤਾ ਜਾਵੇ। ਔਰ ਦੂਜੇ ਪਾਸੇ ਇਹ ਹੈਗਾ ਜਦੋਂ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਦੇ ਉੱਤੇ, ਖੇਤੀ ਸੁਧਾਰਾਂ ਤੇ ਕਾਫੀ ਰੌਲਾ ਪੈ ਚੁੱਕਿਆ ਹੈ, ਉਦੋਂ ਕਿਸਾਨ ਜਥੇਬੰਦੀਆਂ ਨੇ ਵੀ ਸਾਫ਼ ਤੌਰ ਤੇ ਆਖਿਆ ਕਿ ਅਸੀਂ ਬਹੁਤ ਵੱਡਾ ਅੰਦੋਲਨ 378 ਦਿਨਾਂ ਦਾ ਜਿਹੜਾ ਲੜਿਆ ਔਰ ਕੇਂਦਰ ਨੂੰ ਇਹ ਕਾਨੂੰਨ ਵਾਪਸ ਲੈਣੇ ਪਏ ਸੀ ਔਰ ਬਿਜਲੀ ਸੋਧ ਬਿੱਲ ਨੂੰ ਲੈ ਕੇ ਵੀ ਕਿਸਾਨ ਜਿਹੜੇ ਆ ਖਦਸ਼ਾ ਪ੍ਰਗਟ ਕਰ ਰਹੇ ਨੇ। ਔਰ ਇਹਦੇ ਨਾਲ ਹੀ ਜਦੋਂ ਸਿੰਘੂ ਬਾਰਡਰ ਤੇ ਚੱਲ ਰਿਹਾ ਸੀ ਕਿਸਾਨ ਅੰਦੋਲਨ, ਉਦੋਂ ਵੀ ਕੇਂਦਰ ਔਰ ਜਿਹੜਾ SKM ਹੈ ਸੰਯੁਕਤ ਕਿਸਾਨ ਮੋਰਚਾ, ਉਹਦੇ 'ਚ ਇੱਕ ਸਹਿਮਤੀ ਬਣੀ ਸੀ। ਉਹਦੇ 'ਚ ਸਹਿਮਤੀ ਦੇ ਉੱਤੇ ਇਹ ਸੀਗਾ ਕਿ ਜਿਹੜਾ ਕਿਸਾਨਾਂ ਤੇ ਅਸਰ ਪਾਉਣ ਵਾਲਾ ਬਿਜਲੀ ਸੋਧ ਬਿੱਲ ਹੈ ਇਹਦੇ ਨਿਯਮਾਂ ਦੇ ਉੱਤੇ SKM ਦੇ ਨਾਲ ਚਰਚਾ ਹੋਏਗੀ ਔਰ ਇਸ ਤੋਂ ਬਾਅਦ ਇਹਨੂੰ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਜਾਊਗਾ। SKM ਦਾ ਕਹਿਣਾ ਵੀ ਨਾ ਤਾਂ ਸਾਡੇ ਨਾਲ ਕੋਈ ਚਰਚਾ ਕੀਤੀ ਤੇ ਜਦੋਂ ਸਾਡੇ ਨਾਲ ਇਹ ਪ੍ਰੋਮਿਸ ਤੁਸੀਂ ਕੀਤਾ ਸੀਗਾ ਇਹਨੂੰ ਪਾਰਲੀਮੈਂਟ ਦੇ ਵਿੱਚ ਤੁਸੀਂ ਤਾਂ ਹੀ ਪੇਸ਼ ਕਰੋਗੇ ਜਿੰਨੀ ਦੇਰ ਤੱਕ ਸਾਡੇ ਨਾਲ ਤੁਸੀਂ ਰਾਏ ਮਸ਼ਵਰਾ ਨਹੀਂ ਕਰਦੇ, ਤਾਂ ਤੁਸੀਂ ਇਹ ਕਿਵੇਂ ਇਹਨੂੰ ਪਾਸ ਕਰ ਦਿੱਤਾ। ਕਿਸਾਨ ਜਥੇਬੰਦੀਆਂ ਵੀ ਇਹਦੇ ਸੰਬੰਧੀ ਆਪਣੀ ਜਿਹੜੀ ਇੱਕ ਮੀਟਿੰਗ ਹੈ ਉਹਨਾਂ ਨੇ ਸੱਦੀ ਹੋਈ ਹੈ ਔਰ ਮੀਟਿੰਗ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਕਿ ਜਿਹੜਾ ਬਿਜਲੀ ਸੋਧ ਬਿੱਲ ਹੈਗਾ ਇਹਦੇ 'ਚ ਅਸੀਂ ਆਪਣੇ ਤੌਰ ਦੇ ਉੱਤੇ ਇੱਕ ਰਾਏ ਮਸ਼ਵਰਾ ਕਰ ਰਹੇ ਹਾਂ। ਵਿਰੋਧੀ ਪਾਰਟੀਆਂ ਇਹਦਾ ਵਿਰੋਧ ਕਰਨ ਜਾਂ ਨਾ ਕਰਨ, ਲੇਕਿਨ ਅਸੀਂ ਉਹਨਾਂ ਨੇ ਆਖਿਆ, ਕਿਸਾਨ ਜਥੇਬੰਦੀਆਂ ਨੇ ਆਖਿਆ ਕਿ ਜਿਹੜਾ ਬਿਜਲੀ ਸੋਧ ਬਿੱਲ ਹੈਗਾ ਇਹਦੇ ਤੇ ਉਸੇ
ਅਸੀਂ ਇੱਕ ਰਾਏ ਬਣਾ ਕੇ ਨਵੀਂ ਜਿਹੜੀ ਰਣਨੀਤੀ ਹੈਗੀ ਹੈ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ 2022 ਜਿਹੜਾ ਅੱਜ ਇਹਨਾਂ ਨੇ ਪਾਸ ਕਰ ਦਿੱਤਾ। ਔਰ ਉਹਦੇ 'ਚ ਇੱਕ ਗੱਲ ਹੋਰ ਸਾਹਮਣੇ ਆਈ ਸੀ, ਇੱਕ ਮੰਤਰੀ ਨੇ ਇਹ ਵੀ ਕਿਹਾ ਸੀਗਾ ਵੀ ਤੁਸੀਂ ਇਹਦਾ ਅਸੀਂ ਵਿਰੋਧ ਜੇ ਤੁਸੀਂ ਨਹੀਂ ਵੀ ਤੁਸੀਂ ਕਰਨਾ ਜਾਂ ਇਹਨੂੰ ਪਾਸ ਕਰਾਉਣਾ ਤਾਂ ਇਹਨੂੰ ਤੁਸੀਂ ਪਾਰਲੀਮੈਂਟਰੀ ਕਮੇਟੀ ਦੇ ਕੋਲ ਕਿਉਂ ਨਹੀਂ ਭੇਜਦੇ। ਔਰ ਲੋਕ ਸਭਾ ਦੇ ਵਿੱਚ ਜਦੋਂ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਅੱਜ ਪੇਸ਼ ਕਰ ਦਿੱਤਾ ਗਿਆ ਹੈ, ਵਿਰੋਧੀ ਧਿਰ ਵੱਲੋਂ ਕਾਫੀ ਇਹਦਾ ਵਿਰੋਧ ਵੀ ਕੀਤਾ ਗਿਆ ਹੈ ਔਰ ਇਸ ਬਿੱਲ ਨੂੰ ਲੋਕ ਸਭਾ ਦੇ ਵਿੱਚ ਪੇਸ਼ ਕਰਨ ਦੇ ਨਾਲ ਜਿਹੜੀ ਹੈ ਸਥਾਈ ਕਮੇਟੀ ਹੈਗੀ ਹੈ ਪਾਰਲੀਮੈਂਟ ਦੀ ਉਹਦੇ 'ਚ ਵੀ ਭੇਜਿਆ ਹੈ। ਔਰ ਸਰਕਾਰ ਇਹ ਕਹਿੰਦੀ ਹੈ ਕਿ ਇਹ ਬਿੱਲ ਦੇ ਜਦੋਂ ਪਾਸ ਹੋ ਜਾਣ ਦੇ ਨਾਲ ਬਿਜਲੀ ਖਪਤਕਾਰਾਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਔਰ ਇਸ ਬਿੱਲ ਦੀ ਵਜ੍ਹਾ ਨਾਲ ਬਿਜਲੀ ਕੰਪਨੀਆਂ ਜਿੱਥੇ ਜ਼ਿਆਦਾ ਹੋਣਗੀਆਂ ਉਹਦਾ ਫਾਇਦਾ ਉਪਭੋਗਤਾ ਨੂੰ ਮਿਲੇਗਾ। ਔਰ ਦੂਜੇ ਪਾਸੇ ਲੋਕ ਸਭਾ ਦੇ ਵਿੱਚ ਜਿਹੜੀਆਂ ਪੇਸ਼ ਕੀਤਾ ਜਿਸ ਸਮੇਂ ਦੇ ਉੱਤੇ ਵਿਰੋਧੀ ਪਾਰਟੀਆਂ ਨੇ ਆਖਿਆ ਕਿ ਸਰਕਾਰ ਤੇ ਵਿਰੋਧੀ ਧਿਰ ਇਸ ਬਿੱਲ ਨੂੰ ਲੈ ਕੇ ਆਪੋ ਆਪਣਾ ਜਿੱਥੇ ਪੱਖ ਰੱਖ ਰਹੀਆਂ ਔਰ ਜਿਹੜੀ ਆ ਸਥਾਈ ਕਮੇਟੀ ਹੈ ਉਹਨੇ ਵੀ ਕੋਈ ਸੁਝਾਅ ਦਿੱਤੇ ਗਏ ਨੇ। ਔਰ ਇਹਦੇ ਬਿੱਲ ਦੇ ਵਿੱਚ ਇੱਕ ਸਰਕਾਰ ਜਿਹੜੀ ਕਹਿ ਰਹੀ ਹੈ ਕਿ ਮੋਬਾਈਲ ਪੋਰਟੇਬਿਲਿਟੀ ਦੀ ਤਰ੍ਹਾਂ ਇੱਕ ਡਿਸਕੌਮ ਪੋਰਟੇਬਿਲਿਟੀ ਹੋਏਗੀ ਵੀ ਜਿਹੜੀ ਬਿਜਲੀ ਖਪਤਕਾਰਾਂ ਨੂੰ ਚੰਗੀ ਸੁਵਿਧਾ ਦੇਵੇਗੀ ਔਰ ਬਿਜਲੀ ਕੰਪਨੀਆਂ ਦੇ ਬਰਾਬਰ ਦੇ ਵਿੱਚ ਖਪਤਕਾਰਾਂ ਨੂੰ ਜਦੋਂ ਫਾਇਦਾ ਮਿਲੇਗਾ ਔਰ ਬਿਜਲੀ ਕੰਪਨੀ ਬਿਨਾਂ ਦੱਸੇ ਜੇ ਬਿਜਲੀ ਕੱਟਦੀ ਹੈ ਤਾਂ ਉਸ ਨੂੰ ਉਹਦਾ ਜੁਰਮਾਨਾ ਵੀ ਉਹਨੂੰ ਦੇਣਾ ਪਏਗਾ ਬਿਜਲੀ ਕੰਪਨੀ ਨੂੰ। ਔਰ ਜਿਹੜਾ ਇਹਦੇ ਵਿੱਚ ਡਿਸਕੌਮ ਹੈ ਇਹਦੀ ਲਾਇਸੈਂਸ ਅਥਾਰਟੀ ਹੈਗੀ ਉਹਨੂੰ ਵੀ ਸਮਾਪਤ ਕੀਤਾ ਜਾਣਾ ਹੈ ਤੇ ਨਾਲ ਹੀ ਉਹਨਾਂ ਨੇ ਆਖਿਆ ਜੇ ਰੀਨਿਊਏਬਲ એનર્ਜੀ ਦਿੰਦੇ ਨੇ ਤੇ ਗਾਹਕ ਨੂੰ ਸਸਤੀ ਬਿਜਲੀ ਮਿਲੇਗੀ। ਜੇ ਨੈਟ ਮੀਟਰਿੰਗ ਜਿਨ੍ਹਾਂ ਦੇ ਲੱਗਿਆ ਹੋਣਗੇ ਜਿਨ੍ਹਾਂ ਨੇ ਸੋਲਰ ਤੇ ਆਪਣੇ ਘਰਾਂ ਦੇ ਵਿੱਚ ਬਿਜਲੀ ਲਵਾਈ ਹੈ ਤੇ ਉਹ ਬਿਜਲੀ ਇਹਨਾਂ ਨੂੰ ਵੇਚ ਵੀ ਸਕਣਗੇ ਤੇ ਬਿਜਲੀ ਬੋਰਡ ਤੋਂ ਬਿਜਲੀ ਖਰੀਦ ਵੀ ਸਕਣਗੇ। ਔਰ ਇਹਦੇ ਵਿੱਚ ਉਹਨਾਂ ਨੇ ਆਖਿਆ ਵੀ ਅਸੀਂ ਕਾਨੂੰਨ ਦੇ ਵਿੱਚ ਇਹਦੇ ਲਈ ਐਪਟਲ ਇੱਕ ਨਾਂ ਹੈਗਾ ਬਿਜਲੀ ਅਪੀਲ ਅਥਾਰਟੀ ਉਹਨੂੰ ਅਸੀਂ ਮਜ਼ਬੂਤ ਕਰਾਂਗੇ ਤੇ ਦੂਜਾ ਹੈਗਾ ਨਵੀਨੀਕਰਨ ਖਰੀਦ ਵਚਨਬੱਧਤਾ RPO ਇਹਨੂੰ ਪੂਰਾ ਨਾ ਕਰਨ ਤੇ ਜੁਰਮਾਨੇ ਦਾ ਜਿਹੜਾ ਪ੍ਰਾਵਧਾਨ ਹੈਗਾ। ਹੁਣ ਜਿਹੜਾ ਇਲੈਕਟ੍ਰਿਸਿਟੀ ਕੰਟਰੈਕਟ ਇਨਫੋਰਸਮੈਂਟ ਅਥਾਰਟੀ ਹੈ ਉਹ ਵੀ ਇਹਦੇ ਨਾਲ ਬਣੂਗੀ ਔਰ ਬਿਜਲੀ ਕਨੈਕਸ਼ਨ ਉਹਨਾਂ ਨੇ ਆਖਿਆ ਕਿ ਮਿਲਣ ਦੇ ਲਈ ਇੱਕ ਆਸਾਨੀ ਹੋਏਗੀ ਔਰ ਤੈਅ ਸਮੇਂ ਦੇ ਵਿੱਚ ਕਨੈਕਸ਼ਨ ਮਿਲੇਗਾ ਔਰ ਆਪਣਾ ਈਜ਼ ਆਫ ਡੂਇੰਗ ਉਹਦੇ ਚੱਲਦਿਆਂ ਕੁਝ ਰਾਹਤ ਵੀ ਮਿਲੇਗੀ। ਔਰ ਜਿਹੜੇ ਮੈਟਰੋ ਸ਼ਹਿਰ ਨੇ ਉਹਨਾਂ ਦੇ ਵਿੱਚ 7 ਦਿਨਾਂ ਦੇ ਵਿੱਚ, ਨਗਰ ਪਾਲਿਕਾ ਦੇ ਵਿੱਚ 15 ਦਿਨਾਂ ਦੇ ਵਿੱਚ ਔਰ ਪੇਂਡੂ ਇਲਾਕਿਆਂ ਦੇ ਵਿੱਚ ਵੱਧ ਤੋਂ ਵੱਧ 30 ਦਿਨਾਂ ਦੇ ਵਿੱਚ ਜਿਹੜਾ ਕਨੈਕਸ਼ਨ ਲੱਗ ਸਕੇਗਾ। ਔਰ ਗ੍ਰਾਹਕ ਦੇ ਲਈ ਸੇਵਾ ਤੇ ਸੁਵਿਧਾਵਾਂ ਦਾ ਇਹਨਾਂ ਨੇ ਇੱਕ ਖਾਤਾ ਵੀ ਜਿਹੜਾ ਦੱਸਿਆ ਹੈ ਔਰ ਮਕਾਨ ਮਾਲਕ ਦੇ ਨਾਮ ਦੇ ਉੱਤੇ ਕਨੈਕਸ਼ਨ ਹੋਏਗਾ ਤੇ ਇਹਨੂੰ ਫਰਜ਼ੀ ਕਨੈਕਸ਼ਨਾਂ ਨੂੰ ਇਹਨਾਂ ਨੂੰ ਰੋਕਿਆ ਜਾ ਸਕੇਗਾ। ਦੂਜਾ ਇਹ ਸਰਕਾਰ ਇਹ ਕਹਿੰਦੀ ਹੈ ਕਿ ਜਿਹੜਾ ਬਿਜਲੀ ਸੋਧ ਬਿੱਲ ਹੈਗਾ ਵਿਰੋਧੀ ਧਿਰ ਜਿੱਥੇ ਵਿਰੋਧ ਕਰ ਰਹੇ ਆ ਉੱਥੇ ਸਰਕਾਰ ਨੇ ਆਪਣਾ ਜਿਹੜਾ ਪੱਖ ਰੱਖਿਆ ਉਹਨਾਂ ਨੇ ਆਖਿਆ ਵੀ ਸਬਸਿਡੀ ਜਿਹੜੀ ਹੈ ਉਹ ਖਤਮ ਨਹੀਂ ਕੀਤੀ ਜਾ ਸਕਦੀ ਕਿਉਂਕਿ ਜਿੱਥੋਂ ਤੱਕ ਸੂਬੇ ਜਿਹੜੀ ਫ੍ਰੀ ਬਿਜਲੀ ਦੇਣਾ ਚਾਹੁੰਦੇ ਨੇ ਤੇ ਸੂਬੇ ਚਾਹੇ ਜਿੰਨੀ ਮਰਜ਼ੀ ਸਬਸਿਡੀ ਦੇ ਦੇਣ ਕਿਸਾਨਾਂ ਦੇ ਲਈ ਉਹਦੇ ਵਿੱਚ ਜਿਹੜਾ ਪ੍ਰਾਵਧਾਨ ਹੈ ਉਹਦੇ ਲਈ ਕੋਈ ਬਦਲਾਅ ਨਹੀਂ ਕੀਤਾ ਗਿਆ। ਔਰ ਜਿਹੜੇ ਡਿਸਕੌਮ ਹੈ ਚਾਹੇ ਸਰਕਾਰੀ ਹੋਣ ਜਾਂ ਨਿੱਜੀ ਖੇਤਰ ਦੇ ਹੋਣ ਉਹਨਾਂ ਦੇ ਲਈ ਰੈਗੂਲੇਸ਼ਨ ਦੇ ਲਈ ਇੱਕ ਮਜ਼ਬੂਤ ਜਿਹੜਾ ਇਲੈਕਟ੍ਰਿਸਿਟੀ ਕਮਿਸ਼ਨ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਹੈ। ਔਰ ਇਸ ਤੋਂ ਇਲਾਵਾ ਸਰਕਾਰੀ ਵੀ ਦਲੀਲ ਦੇ ਰਹੀ ਹੈ ਕਿ ਇਸ ਬਿੱਲ ਦੇ ਨਾਲ ਕ੍ਰਾਸ ਸਬਸਿਡੀ ਨਾਲ ਬਿਜਲੀ ਕੰਪਨੀਆਂ ਨੂੰ ਜਿਹੜੇ ਮਿਲਣ ਵਾਲੇ ਫਾਇਦੇ ਹੈ ਉਹਦੇ ਤੇ ਵੀ ਰੋਕ ਲੱਗੇਗੀ। ਔਰ ਜੇ ਕੋਈ ਡਿਸਕੌਮਸ ਦੀ ਜਿਹੜੀ ਪੇਮੈਂਟ ਨਾ ਚੁਕਾਉਣ ਤੇ ਪਲੰਟੀ ਦਾ ਜਿਹੜਾ ਪ੍ਰਬੰਧ ਹੋਏਗਾ ਔਰ ਸਰਕਾਰ ਦੀ ਕੋਸ਼ਿਸ਼ ਹੋਏਗੀ ਕਿ ਟੈਲੀਕਾਮ ਵਰਗੀਆਂ ਜਿਹੜੀ ਸਥਿਤੀ ਹੈ ਉਹ ਪਾਵਰ ਦੇ ਵਿੱਚ ਨਾ ਹੋ ਕੇ ਇੱਕ ਰੈਗੂਲੇਟਰ ਨੂੰ ਫਲੋਰ ਪ੍ਰਾਈਸ ਤੇ ਸੀਲਿੰਗ ਪ੍ਰਾਈਸ ਇਸ ਤੈਅ ਕਰਨ ਦੀ ਜਿਹੜੀ ਛੂਟ ਹੋਏਗੀ ਵੀ ਕਿੰਨੀ ਬਿਜਲੀ ਬੰਦਾ ਵਰਤਦਾ ਤੇ ਉਹਨੂੰ ਕਿੰਨੇ ਤੁਸੀਂ ਪੈਸੇ ਚ ਦੇ ਸਕਦੇ ਹੋ, ਰੇਟ ਵੱਧ ਘੱਟ ਹੋ ਸਕਦੇ ਨੇ। ਔਰ ਦੂਜਾ ਸਰਕਾਰ ਵੱਲੋਂ ਇਸ ਬਿੱਲ ਦਾ ਜਿਹੜਾ ਜਦੋਂ ਲਿਆਂਦਾ ਗਿਆ ਤੇ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਦਿਨ ਦੇ ਵਿੱਚ ਕਈ ਤਰ੍ਹਾਂ ਦੇ ਪਾਵਰ ਟੈਰਿਫ ਹੋਣਗੇ ਜਿਵੇਂ ਡਿਮਾਂਡ ਦੇ ਆਧਾਰ ਤੇ ਇੱਕ ਦਿਨ ਦੇ ਵਿੱਚ ਬਿਜਲੀ ਦੀ ਦਰ ਅਲੱਗ-ਅਲੱਗ ਵੀ ਹੋ ਸਕਦੀ ਹੈ ਜਾਣੀ ਸਵੇਰੇ ਕੁਝ ਹੋਰ, ਦੁਪਹਿਰੇ ਕੁਝ ਹੋਰ, ਸ਼ਾਮ ਨੂੰ ਕੁਝ ਹੋਰ। ਇਸ ਗੱਲ ਕਰਕੇ ਵੀ ਵਿਰੋਧ ਜਿਹੜਾ ਅੱਗੇ ਹੋ ਰਿਹਾ। ਅੱਜ ਫਗਵਾੜੇ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਹਾਈਵੇ ਜਾਮ ਕੀਤਾ ਹੈ। ਫਗਵਾੜਾ ਸ਼ੂਗਰ ਮਿਲ ਉਹਨਾਂ ਦੇ ਪੈਸੇ ਨਹੀਂ ਦੇ ਰਹੇ ਕਿਸਾਨਾਂ ਦੇ। ਇਹ ਇਕੱਲੇ ਫਗਵਾੜੇ ਵਾਲੇ ਨਹੀਂ ਦੇ ਰਿਹਾ ਕਿ ਬਾਕੀ ਸਾਰੇ ਹੀ ਨਹੀਂ ਦੇ ਰਹੇ? ਅੱਜ ਮੈਂ ਹੁਣੇ ਖੇਤੀ ਮੰਤਰੀ ਜਿਹੜੇ ਕੁਲਦੀਪ ਸਿੰਘ ਧਾਲੀਵਾਲ ਸੀ ਉਹਨਾਂ ਨਾਲ ਮੇਰੀ ਗੱਲ ਹੋਈ ਸੀ। ਉਹ ਪਟਿਆਲੇ ਅਸੀਂ ਇਕੱਠੇ ਹੋਏ ਸੀ, ਇੱਕ ਸਮਾਗਮ ਸੀਗਾ ਕੁਦਰਤੀ ਖੇਤੀ ਦਾ ਤੇ ਉੱਥੇ ਇਹ ਗੱਲ ਮੈਂ ਉਹਨਾਂ ਨੂੰ ਪੁੱਛੀ ਸੀ ਵੀ ਤੁਸੀਂ ਲੁਧਿਆਣੇ ਤੋਂ ਜਲੰਧਰ ਵਾਲਾ ਜਿਹੜਾ ਹਾਈਵੇ ਹੈਗਾ ਉਹ ਕਿਸਾਨਾਂ ਨੇ ਬੰਦ ਕਰ ਦਿੱਤਾ। ਪਹਿਲਾਂ ਵੀ ਕਿਸਾਨਾਂ ਨੇ ਆਖਿਆ ਸੀ ਵੀ ਅਸੀਂ ਬੰਦ ਕਰਨਾ, ਅਸੀਂ ਧਰਨਾ ਲਾਉਣਾ ਹੈ। ਜੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਨਹੀਂ ਜੀ ਸਾਡੀ ਗੱਲ ਹੋ ਗਈ ਤੇ ਅਸੀਂ ਬੜੀ ਛੇਤੀ ਇਹਨਾਂ ਦੀ ਪੇਮੈਂਟ ਕਰ ਰਹੇ ਹਾਂ। ਲੇਕਿਨ ਜਲੰਧਰ ਤੇ ਲੁਧਿਆਣੇ ਦੇ ਵਿਚਾਲੇ ਜਿਹੜੀ ਫਗਵਾੜਾ ਦੇ ਵਿੱਚ ਸ਼ੂਗਰ ਮਿਲ ਹੈ ਉੱਥੇ 9 ਵਜੇ ਤੋਂ ਕਿਸਾਨਾਂ ਨੇ ਧਰਨਾ ਲਾਏ ਬੈਠਾ ਹੈ ਔਰ ਉਹ ਧਰਨਾ ਸੰਕੇਤਕ ਨੀਗਾ, ਉਹ ਪੱਕਾ ਧਰਨਾ ਹੈਗਾ। ਔਰ ਹਾਲੀ ਕਿਸਾਨਾਂ ਨੇ ਹਾਈਵੇ ਦੀ ਇੱਕ ਲੇਨ ਜਿਹੜੀ ਹੈਗੀ ਹੈ ਲੁਧਿਆਣਾ ਤੋਂ ਜਿਹੜੀ ਜਲੰਧਰ ਵਾਲੀ ਉਹ ਰੋਕੀ ਹੈ, ਦੂਜੀ ਲੇਨ ਉਹ ਚੱਲ ਰਹੀ ਹੈ। ਜਿਹੜਾ ਖੰਡ ਮਿਲ ਦਾ ਕਰੋੜਾਂ ਰੁਪਈਆ ਬਕਾਇਆ ਹੈ ਉਹਦੇ ਤੁਰਤ ਭੁਗਤਾਨ ਦੀ ਮੰਗ ਕਰ ਰਹੇ ਨੇ। ਔਰ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇ ਸਰਕਾਰ ਨੇ ਸਾਡੀ ਗੱਲ ਨਾ ਮੰਨੀ ਕਿ ਹਾਈਵੇ ਦੀ ਜਿਹੜੀ ਦੂਜੀ ਲੇਨ ਵੀ ਹੈ ਉਹਨੂੰ ਵੀ ਅਸੀਂ
ਕਿ ਨਾਲ ਦੀ ਨਾਲ ਪੰਜਾਬ ਦੀਆਂ ਸੜਕਾਂ ਨੂੰ ਵੀ ਬੰਦ ਕਰ ਦਿਆਂਗੇ। ਹੁਣ ਕਪੂਰਥਲਾ ਤੋਂ ਆਉਣ ਵਾਲੀਆਂ ਜਿਹੜੀਆਂ ਵਾਹਨ ਹੈ ਉਹ ਸਬ ਡਿਵੀਜ਼ਨ ਫਗਵਾੜਾ ਦੇ ਵਿੱਚੋਂ ਪੁਲਿਸ ਪ੍ਰਸ਼ਾਸਨ ਨੇ ਉਹਦੇ ਰੂਟ ਜਿਹੜੇ ਡਿਵਰਟ ਕੀਤੇ ਨੇ। ਔਰ ਕਿਸਾਨਾਂ ਦੇ ਧਰਨੇ ਦੇ ਸੰਬੰਧੀ SSP ਕਪੂਰਥਲਾ ਨੇ ਵੀ ਇੱਕ ਜਿਹੜੀ ਟ੍ਰੈਫਿਕ ਐਡਵਾਈਜ਼ਰੀ ਜਿਹੜੀ ਜਾਰੀ ਕੀਤੀ ਹੈ। ਜਿਹੜੇ ਜਲੰਧਰ ਤੋਂ ਦਿੱਲੀ ਦੇ ਟ੍ਰੈਫਿਕ ਹੈ ਜਿਹੜਾ ਉਹ ਇੱਕ ਬਾਈਪਾਸ ਤੋਂ ਫੁਲਰਾਈਆਂ ਰੋਡ ਦੇ ਉੱਤੋਂ ਭੇਜਿਆ ਜਾ ਰਿਹਾ ਹੈ। ਔਰ ਲਾਈਟ ਜਿਹੜੇ ਛੋਟੇ ਵਹੀਕਲ ਹੈ ਉਹ ਮੇਲੀ ਬਾਈਪਾਸ ਤੋਂ ਹਰਗੋਬਿੰਦ ਨਗਰ ਤੋਂ GT ਰੋਡ ਤੇ ਡਾਈਵਰਟ ਕੀਤਾ ਗਿਆ ਹੈ। ਹੁਣ ਅਸਲ ਮੰਗ ਤਾਂ ਕਿਸਾਨ ਜਥੇਬੰਦੀਆਂ ਦੀ ਇਹ ਹੈਗੀ ਹੈ ਕਿ ਜਿਹੜਾ ਸ਼ੂਗਰ ਮਿਲਾਂ ਦਾ ਗੰਨੇ ਦਾ ਬਕਾਇਆ ਹੈਗਾ ਉਹ ਦਿੱਤਾ ਜਾਵੇ। ਕਿਸਾਨਾਂ ਦਾ 72 ਕਰੋੜ ਰੁਪਏ ਦਾ ਬਕਾਇਆ ਫਸਿਆ ਹੈ ਔਰ ਸਰਕਾਰ ਨੇ ਕਈ ਵਾਰ ਲਾਰੇ ਲੱਪੇ ਲਾਏ ਹੈ ਪਰ ਕੋਈ ਹੱਲ ਨਹੀਂ ਨਿਕਲਿਆ। ਹਰ ਮੰਤਰੀ ਮੁੱਖ ਮੰਤਰੀ ਜਿਹੜਾ ਭਰੋਸਾ ਦੇ ਰਿਹਾ, ਪੈਸੇ ਦੇ ਰਹੇ ਆ ਪਰ ਹਾਲੇ ਵੀ ਕਿਸਾਨਾਂ ਦਾ ਕਹਿਣਾ ਕਿ ਕਰੋੜਾਂ ਰੁਪਏ ਸਾਡਾ ਫਸਿਆ ਹੈ। ਨਾ ਤਾਂ ਸਰਕਾਰ ਇਹਨੂੰ ਗੰਭੀਰਤਾ ਨਾਲ ਲੈ ਰਹੀ ਹੈ ਤੇ ਨਾ ਹੀ ਜਿਹੜੀਆਂ ਸ਼ੂਗਰ ਮਿਲਾਂ ਉਹ ਇਹਨਾਂ ਦੇ ਪੈਸੇ ਦੇਣ ਦੇ ਕੋਈ ਨਾਂ ਲੈ ਰਹੀਆਂ। ਪਿਛਲੀ ਪੇਮੈਂਟ ਹਾਲੇ ਰਹਿੰਦੀ ਹੈ ਤੇ ਨਵੀਂ ਫਸਲ ਆਉਣ ਵਾਲੀ ਹੈ। ਦੁਆਬਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਜਿਹੜੀ ਅਫਸਰਾਂ ਦੇ ਕਹਿਣ ਤੇ ਚੱਲ ਰਹੀ ਹੈ ਔਰ ਸੂਬੇ ਦੇ ਵਿੱਚ ਸਰਕਾਰ ਜਿਹੜੀ ਹੈ ਕਿਸਾਨਾਂ ਦੇ ਹਿੱਤ ਪੂਰੇ ਕਰਨ ਦੇ ਵਿੱਚ ਪੂਰੀ ਤਰ੍ਹਾਂ ਸਫਲ ਰਹੀ। ਔਰ ਪਿਛਲੇ ਦਿਨੀ ਮੁੱਖ ਮੰਤਰੀ ਨਾਲ ਇੱਕ ਮੀਟਿੰਗ ਵੀ ਹੋਈ ਸੀ ਔਰ ਮੀਟਿੰਗ ਦੇ ਵਿੱਚ ਉਹਨਾਂ ਨੇ ਆਖਿਆ ਸੀਗਾ ਕਿ ਅਸੀਂ ਮਿਲ ਦੇ ਜਿਹੜੇ ਐਸੈਟ ਹੈ ਉਹਨੂੰ ਅਸੀਂ ਕੁਰਕ ਕਰਕੇ ਕਿਸਾਨਾਂ ਦੀ ਜਿਹੜੀ ਗੰਨੇ ਦੀ ਅਦਾਇਗੀ ਕੀਤੀ ਜਾਊਗੀ। ਔਰ ਅਗਲੇ ਦਿਨ ਜਿਹੜਾ ਫੈਸਲਾ ਇਹਦਾ ਬਦਲ ਦਿੱਤਾ ਗਿਆ ਔਰ ਧਰਨੇ ਦੀ ਅੱਜ ਸ਼ੁਰੂਆਤ ਹੋ ਚੁੱਕੀ ਹੈ। ਔਰ ਸਰਕਾਰ ਜੇ ਨਾ ਮੰਨੀ ਤੇ ਹਾਈਵੇ ਦੀ ਦੂਜੀ ਲੇਨ ਵੀ ਕਿਸਾਨਾਂ ਨੇ ਆਖਿਆ ਕਿ ਅਸੀਂ ਬੰਦ ਕਰਾਂਗੇ, ਸੜਕਾਂ ਜਾਮ ਕਰਾਂਗੇ। ਔਰ ਦੂਜੇ ਪਾਸੇ ਧਰਨੇ ਤੇ ਜਿਹੜੇ ਕਿਸਾਨ ਹੈ ਉਹ ਪੂਰੀ ਤਿਆਰੀ ਨਾਲ ਪਹੁੰਚ ਰਹੇ ਨੇ। ਟਰਾਲੀਆਂ ਦੇ ਵਿੱਚ ਤਰਪਾਲਾਂ ਲਾ ਕੇ ਰਾਤ ਨੂੰ ਸੌਣ ਦਾ ਉਹ ਪ੍ਰਬੰਧ ਵੀ ਕਰਕੇ ਆਏ ਨੇ। ਗੰਨੇ ਦੀ ਅਦਾਇਗੀ ਨੂੰ ਲੈ ਕੇ ਉਹਨਾਂ ਨੇ ਆਖਿਆ ਕਿ ਅਣਮਿੱਥੇ ਸਮੇਂ ਲਈ ਅਸੀਂ ਧਰਨਾ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਨਹੀਂ ਆ ਜਾਂਦੇ। ਔਰ ਕਰੋੜਾਂ ਰੁਪਈਆ ਕਿਸਾਨਾਂ ਦਾ ਜਿਹੜਾ ਮਿਲ ਦੇ ਕੋਲ ਪਿਛਲੇ ਕਈ ਸਾਲਾਂ ਤੋਂ ਫਸਿਆ ਹੋਇਆ ਹੈ ਔਰ ਕਿਸਾਨਾਂ ਨੂੰ ਬੈਂਕਾਂ ਤੋਂ ਜਿਹੜਾ ਕਰਜ਼ਾ ਲੈ ਰਿਹਾ ਹੈ ਉਹਦੇ ਵਿਆਜ ਵੀ ਦੇਣਾ ਪੈ ਰਿਹਾ ਹੈ। ਔਰ ਦੂਜੇ ਪਾਸੇ ਬੈਂਕ ਕੋਈ ਛੂਟ ਵੀ ਨਹੀਂ ਦੇ ਰਿਹਾ ਔਰ ਸਰਕਾਰ ਇਹਦੀ ਬਿਲਕੁਲ ਪਰਵਾਹ ਨਹੀਂ ਕਰ ਰਹੀ। ਹੁਣ ਸਰਕਾਰ ਮਿਲ ਦੀ ਕੁਰਕੀ ਕਰਾਵੇ, ਜਿਵੇਂ ਮਰਜ਼ੀ ਪੈਸੇ ਦੇਵੇ, ਕਿਸਾਨ ਉਹਨਾਂ ਚਿਰ ਉੱਪਰ ਨਹੀਂ ਉੱਠਣਗੇ ਜਿੰਨਾ ਚਿਰ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਨਹੀਂ ਆਉਣ। ਹੁਣ ਸੰਗਰੂਰ ਦੇ ਵਿੱਚ ਸਾਰੇ ਪੰਜਾਬ ਤੋਂ ਅਧਿਆਪਕ ਇਕੱਠੇ ਹੋਏ ਸੀ। ਅੱਜ ਕੱਲ੍ਹ ਸੰਗਰੂਰ ਜਾਣਾ ਪੈਂਦਾ ਚੰਡੀਗੜ੍ਹ ਦੀ ਬਜਾਏ। ਉਹਨਾਂ ਦੀਆਂ ਕੀ ਮੰਗਾਂ ਸਨ? ਹਾਂਜੀ ਬਿਲਕੁਲ, ਸੰਗਰੂਰ ਦੇ ਵਿੱਚ ਜਿਹੜੇ ਅਧਿਆਪਕ ਇਕੱਠੇ ਹੋਏ ਨੇ ਉਹ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਨੇ ਸਿੱਖਿਆ ਵਿਭਾਗ ਦੇ ਵਿੱਚ। ਔਰ ਉਹਨਾਂ ਨੇ ਸਾਫ਼ ਤੌਰ ਤੇ ਇਹ ਗੱਲ ਕਹੀ ਹੈ ਕਿ ਜਦੋਂ ਸਾਰਿਆਂ ਨੂੰ ਤੁਸੀਂ ਗੱਲ ਸੁਣ ਰਹੇ ਹੋ, ਸਾਰਿਆਂ ਨੂੰ ਤੁਸੀਂ ਕੁਛ ਨਾ ਕੁਝ ਦੇ ਰਹੇ ਹੋ ਔਰ ਪੰਜਾਬ ਸਟੇਟ ਐਸਾ ਸਟੇਟ ਹੈ ਜਿੱਥੇ ਐਜੂਕੇਸ਼ਨ ਦਾ ਜਿਹੜਾ ਪੱਧਰ ਹੈ ਉਹ ਦਿਨ ਬ ਦਿਨ ਸਰਕਾਰੀ ਸਕੂਲਾਂ ਦਾ ਉੱਚਾ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਔਰ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਨੇ ਵੀ ਇਹ ਗੱਲ ਮੰਨੀ ਹੈ। ਔਰ ਪੰਜਾਬ ਐਜੂਕੇਸ਼ਨ ਦੇ ਵਿੱਚ ਜਿਹੜੇ ਟੀਚਰ ਨੇ ਉਹ ਟੀਚਰ ਹੁਣ ਇਸ ਕਰਕੇ ਧਰਨੇ ਦੇ ਬੈਠੇ ਨੇ ਕਿ ਸਾਨੂੰ ਜਾਂ ਤਾਂ ਤੁਸੀਂ ਪੱਕੇ ਕੀਤਾ ਜਾਓ ਔਰ ਜਾਂ ਸਾਨੂੰ ਤੁਸੀਂ ਇਹ ਦੱਸੋ ਵੀ ਸਾਡਾ ਕਸੂਰ ਕੀ ਹੈਗਾ। ਜਦੋਂ ਕੇਂਦਰ ਸਰਕਾਰ ਤੋਂ ਤੁਸੀਂ ਇੰਨਾ ਜ਼ਿਆਦਾ ਫੰਡ ਲੈਂਦੇ ਹੋ ਤਾਂ ਫਿਰ ਤੁਸੀਂ ਸਾਡੇ ਕੋਲੇ ਜਿਹੜੀਆਂ ਸਾਡੀਆਂ ਤਨਖਾਹਾਂ ਨੇ ਪਿਛਲੇ ਕਈ ਸਾਲਾਂ ਤੋਂ ਉਹ ਸਾਡੀਆਂ ਤਨਖਾਹਾਂ ਉੱਥੇ ਹੀ ਜਿਹੜੀਆਂ ਕਿਉਂ ਰੁਕੀਆਂ ਹੋਈਆਂ। ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤਹੇਰ ਨੇ ਵੀ ਅਧਿਆਪਕਾਂ ਦੇ ਨਾਲ ਗੱਲਬਾਤ ਕੀਤੀ ਸੀ ਔਰ ਉਹਨਾਂ ਨੇ ਪਹਿਲਾਂ ਸਖਤਾਈ ਕੀਤੀ ਸੀ। ਉਹਨਾਂ ਨੇ ਆਖਿਆ ਸੀਗਾ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਅਸੀਂ ਉਹਨੂੰ ਜਿਹੜੀਆਂ ਜਲਦੀ ਅਸੀਂ ਇਹਨੂੰ ਪੂਰੀਆਂ ਕਰਾਂਗੇ। ਲੇਕਿਨ ਦੂਜੇ ਪਾਸੇ ਜਿਹੜਾ ਸਿੱਖਿਆ ਵਿਭਾਗ ਹੈ ਉਹ ਜਿਹੜੇ ਬੰਦੇ ਧਰਨੇ ਦੇ ਵਿੱਚ ਜਾ ਰਹੇ ਨੇ ਉਹਨਾਂ ਦੀ ਉਹ ਛੁੱਟੀ ਲਾ ਰਿਹਾ ਹੈ। ਉਹ ਕਹਿ ਰਿਹਾ ਵੀ ਤੁਸੀਂ ਤੁਹਾਡੇ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਊਗੀ ਔਰ ਇਹਦੇ ਸੰਬੰਧੀ ਇੱਕ ਫਰਮਾਨ ਵੀ ਜਿਹੜਾ ਜਾਰੀ ਕੀਤਾ। ਲੇਕਿਨ ਸਿੱਖਿਆ ਵਿਭਾਗ ਦੇ ਇਸ ਫਰਮਾਨ ਨੂੰ ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਜਿਹੜਾ ਸਰਕੂਲਰ ਵੀ ਜਾਰੀ ਕੀਤਾ ਹੈ ਵੀ ਜੇ ਤੁਸੀਂ ਕਿਸੇ ਨੇ ਛੁੱਟੀ ਲਈ ਹੈ ਇਸ ਧਰਨੇ 'ਚ ਜਾ ਕੇ ਤਾਂ ਉਹਦੀ ਛੁੱਟੀ ਤਾਂ ਮੰਨੀ ਜਾਊਗੀ। ਜਿਹੜਾ ਬੰਦਾ ਧਰਨੇ 'ਚ ਸਾਨੂੰ ਦਿਖਾਈ ਦਿੱਤਾ ਅਸੀਂ ਉਹਦੀ ਛੁੱਟੀ ਲਾਵਾਂਗੇ। ਔਰ ਇਹਦੇ ਸੰਬੰਧੀ ਜ਼ਿਲ੍ਹਾ ਅਧਿਕਾਰੀਆਂ ਦਾ ਕਹਿਣਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਸੀਂ ਸਰਕਾਰ ਦੇ ਖਿਲਾਫ ਜੇ ਤੁਸੀਂ ਆਵਾਜ਼ ਚੁੱਕੋਗੇ ਤਾਂ ਅਸੀਂ ਤੁਹਾਡੇ ਖਿਲਾਫ ਲਾਪਰਵਾਹੀ ਦਾ ਔਰ ਜਿਹੜਾ ਵੀ ਕੋਈ ਕਾਨੂੰਨ ਦੇ ਦਾਇਰੇ ਦੇ ਵਿੱਚ ਜਿਹੜਾ ਵੀ ਕੁਝ ਆਉਂਦਾ ਹੋਇਆ ਜੁਰਮਾਨਾ ਜਾਂ ਤੁਹਾਡੀ ਸਜ਼ਾ ਉਹ ਤੁਹਾਨੂੰ ਲਾਵਾਂਗੇ। ਔਰ ਇਸੇ ਸੰਬੰਧੀ ਅਧਿਆਪਕਾਂ ਨੇ ਸਾਫ਼ ਤੌਰ ਤੇ ਆਖਿਆ ਕਿ ਅਸੀਂ ਆਪਣੀਆਂ ਹੱਕੀ ਮੰਗਾਂ ਮੰਨੇ ਜਾਣ ਦੇ ਬਜਾਏ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਕਾਰਵਾਈ ਜਿਹੜੀ ਉਹ ਨਾਦਰਸ਼ਾਹੀ ਫਰਮਾਨ ਹੈ। ਅਸੀਂ ਇਸ ਤਰ੍ਹਾਂ ਦੀ ਗੱਲ ਨੂੰ ਸਵੀਕਾਰ ਨਹੀਂ ਕਰ ਸਕਦੇ ਔਰ ਸਾਡੀਆਂ ਜਿਹੜੀਆਂ ਸੰਘਰਸ਼ ਕਰਨਾ ਸਾਡਾ ਸਿੱਖਿਆ ਅਧਿਆਪਕਾਂ ਦਾ ਲੋਕਤੰਤਰੀ ਅਧਿਕਾਰ ਹੈ। ਔਰ ਉਹਨਾਂ ਨੇ ਆਖਿਆ ਕਿ ਪੰਜਾਬ ਦੇ ਜਿਹੜੇ ਅਧਿਆਪਕ ਹੈ ਉਹ ਨਾਦਰਸ਼ਾਹੀ ਫਰਮਾਨ ਨੂੰ ਕਿਸੇ ਵੀ ਕੀਮਤ ਤੇ ਸਫਲ ਨਹੀਂ ਹੋਣ ਦੇਣਗੇ ਔਰ ਹੱਕ ਸੱਚ ਦੇ ਲਈ ਉਹ ਸੰਘਰਸ਼ ਕਰ ਰਹੇ ਹੈ। ਮੁਲਾਜ਼ਮਾਂ ਨੂੰ ਦਬਾਉਣਾ ਉਹਨਾਂ ਨੇ ਆਖਿਆ ਕਿ ਸਰਕਾਰਾਂ ਦੀ ਨੀਤੀ ਰਹੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਵੀ ਉਹਨਾਂ ਨੇ ਆਖਿਆ ਕਿ ਜਾਰੀ ਹੈ। ਔਰ ਦੂਜਾ ਉਹਨਾਂ ਨੇ ਆਖਿਆ ਕਿ ਸਾਡੀਆਂ ਜਿਹੜੀਆਂ ਤਨਖਾਹਾਂ ਨੇ ਉਹ ਵੀ ਵਧਾਈਆਂ ਜਾਣ। ਸਾਨੂੰ ਜਿਹੜੇ ਕੱਚੇ ਕਰਮਚਾਰੀ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੇ ਆ ਕੰਟਰੈਕਟ ਬੇਸ ਤੇ
ਉਹਨਾਂ ਨੂੰ ਵੀ ਜਿਹੜਾ ਸਾਫ਼ ਤੌਰ ਦੇ ਉੱਤੇ ਪੱਕਿਆਂ ਕੀਤਾ ਜਾਵੇ, ਉਹਦੇ ਆਰਡਰ ਦਿੱਤੇ ਜਾਣ। ਜਦੋਂ ਬਾਕੀ 36,000 ਅਸਾਮੀਆਂ ਦੀ ਗੱਲ ਜਿੱਥੇ ਹੋ ਰਹੀ ਹੈ ਤਾਂ ਉੱਥੇ ਅਧਿਆਪਕ ਵੀ ਮੰਗ ਕਰਦੇ ਆ ਕਿ ਸਾਨੂੰ ਤੁਸੀਂ ਪੱਕੀਆਂ ਨੌਕਰੀਆਂ ਦਿਓ। ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਸਕੂਲਾਂ ਦੇ ਵਿੱਚ ਬਹੁਤ ਸਾਰੀਆਂ ਅਸਾਮੀਆਂ ਖਾਲੀ ਹੈ, ਕਈ ਥਾਵਾਂ ਤੇ ਇੱਕ ਟੀਚਰ ਹੈ ਔਰ ਜਿਹੜੇ 3-3 4-4 ਕਲਾਸਾਂ ਨੇ। ਇਹ ਜਿਹੜਾ ਬਾਰਡਰ ਬੈਲਟ ਹੈਗਾ ਖਾਸ ਤੌਰ ਤੇ ਪਠਾਨਕੋਟ ਤੋਂ ਲੈ ਕੇ ਫਿਰੋਜ਼ਪੁਰ ਤੱਕ, ਉਧਰ ਵੀ ਬਹੁਤ ਜ਼ਿਆਦਾ ਜਿਹੜੇ ਬੱਚਿਆਂ ਦੀ ਪੜ੍ਹਾਈ ਦਾ ਬੁਰਾ ਹਾਲ ਹੈ ਔਰ ਉੱਥੇ ਪ੍ਰਾਇਮਰੀ ਐਜੂਕੇਸ਼ਨ ਹੈ ਜਿਹੜੀ ਉਹ ਨਾਮਾਤਰ ਹੋਈ ਵੀ ਹੈ। ਭਾਵੇਂ ਕਹਿਣ ਨੂੰ ਮਿਡ ਡੇ ਮੀਲ ਜਾਂ ਕੋਈ ਹੋਰ ਸਹੂਲਤਾਂ ਦੇ ਨਾਲ ਸਰਕਾਰੀ ਅੰਕੜਿਆਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਸਰਕਾਰੀ ਅੰਕੜੇ ਕਾਫੀ ਵੱਡੀ ਨਜ਼ਰ ਤੇ ਦਿਖਾਉਂਦੇ ਨੇ ਕਿ ਬਹੁਤ ਸਾਰੇ ਬੱਚੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਹੋ ਰਹੇ ਨੇ। ਸਮਾਰਟ ਸਕੂਲ ਦੀ ਗੱਲ ਕੀਤੀ ਜਾ ਰਹੀ ਹੈ, ਲੇਕਿਨ ਦੂਜੇ ਪਾਸੇ ਅਧਿਆਪਕਾਂ ਦਾ ਕਹਿਣਾ ਕਿ ਜੇ ਤੁਸੀਂ ਜ਼ਮੀਨੀ ਹਕੀਕਤਾਂ ਤੇ ਜਾ ਕੇ ਦੇਖਦੇ ਹੋ ਤਾਂ ਜ਼ਮੀਨੀ ਹਕੀਕਤਾਂ ਜਿਹੜੀਆਂ ਉਹ ਬਹੁਤ ਹੀ ਹੈਰਾਨ ਕਰਨ ਵਾਲੀਆਂ, ਪਰੇਸ਼ਾਨ ਕਰਨ ਵਾਲੀਆਂ। ਕਿ ਕੇਂਦਰ ਸਰਕਾਰ ਦਾ ਜਿਹੜਾ ਫੰਡ ਹੈ ਮਿਡ ਡੇ ਮੀਲ ਹੈ ਜਾਂ ਵਰਲਡ ਬੈਂਕ ਤੋਂ ਜਿਹੜਾ ਕੁਝ ਪੈਸਾ ਆਉਂਦਾ ਹੈ ਐਜੂਕੇਸ਼ਨ ਡਿਪਾਰਟਮੈਂਟ ਦੇ ਲਈ, ਤਾਂ ਉਹ ਇਸ ਕਰਕੇ ਇੱਕ ਅੰਕੜੇ ਦਿਖਾਏ ਜਾ ਰਹੇ ਨੇ ਇਸ ਤਰ੍ਹਾਂ ਦਾ। ਆਦਰਸ਼ ਸਕੂਲ ਅਧਿਆਪਕ ਯੂਨੀਅਨ ਵੀ ਇਹਦੇ ਸੰਬੰਧੀ ਜਿਹੜੇ ਮੁੱਖ ਮੰਤਰੀ ਨਿਵਾਸ ਦੇ ਸਾਹਮਣੇ ਜਿਹੜਾ ਧਰਨਾ ਕਰ ਰਹੀ ਹੈ, ਉਹਨਾਂ ਦਾ ਕਹਿਣਾ ਕਿ ਜਿਹੜੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਤਹਿਤ ਜਿਹੜੇ ਸਕੂਲ ਹੈ, ਸੁਸਾਇਟੀ ਦੇ ਤਹਿਤ ਜਿਹੜੇ ਚਲਾਏ ਜਾ ਰਹੇ ਨੇ, ਉਹ ਸੁਸਾਇਟੀਆਂ ਬਹੁਤੇ ਥਾਵਾਂ ਦੇ ਉੱਤੇ ਤਨਖਾਹ ਨਹੀਂ ਦੇ ਰਹੀਆਂ, ਬਹੁਤੇ ਥਾਵਾਂ ਦੇ ਉੱਤੇ ਕੰਟਰੈਕਟ ਦੇ ਉੱਤੇ ਕੰਮ ਕਰਵਾ ਰਹੀਆਂ ਹੈ। ਔਰ ਇਹ ਆਦਰਸ਼ ਅਧਿਆਪਕ ਜਿਹੜੇ ਆਦਰਸ਼ ਸਕੂਲਾਂ ਦੇ ਅਧਿਆਪਕ ਹੈ, ਉਹ ਕਹਿੰਦੇ ਆ ਕਿ ਸਕੂਲ ਚਲਾਉਣ ਵਾਲੇ ਜਿਹੜੇ ਠੇਕੇਦਾਰ ਨੇ ਉਹ ਸਰਕਾਰ ਦੀ ਲੁੱਟ ਕਰ ਰਹੇ ਨੇ, ਤਨਖਾਹ ਪੂਰੀਆਂ ਲੈ ਰਹੇ ਨੇ, ਸਾਨੂੰ ਉਹ ਘੱਟ ਤਨਖਾਹ ਦੇ ਰਹੇ ਨੇ। ਔਰ ਅਧਿਆਪਕ ਜਿਹੜੇ ਸਟਾਫ ਦਾ ਜਿਹੜਾ ਆਰਥਿਕ ਸ਼ੋਸ਼ਣ ਹੋ ਰਿਹਾ ਹੈ। ਔਰ ਪੰਜਾਬ ਦੇ ਵਿੱਚ 24 ਆਦਰਸ਼ ਸਕੂਲ ਚੱਲ ਰਹੇ ਆ ਜਿੱਥੇ 2000 ਦੇ ਕਰੀਬ ਜਿਹੜੇ ਅਧਿਆਪਕ ਨੇ, ਦਰਜਾਚਾਰ ਕਰਮਚਾਰੀ ਹੈ, ਉਹਨਾਂ ਨੂੰ ਬਹੁਤ ਨਾਮਾਤਰ ਤਨਖਾਹਾਂ ਦਿੱਤੀਆਂ ਜਾ ਰਹੀਆਂ। ਔਰ ਠੇਕਾ ਸਿਸਟਮ ਦੇ ਉੱਤੇ ਅਧਿਆਪਕਾਂ ਦੀ ਤਨਖਾਹ ਤੋਂ ਲੈ ਕੇ ਹੋਰ ਖਰਚਿਆਂ ਦੇ ਵਿੱਚ ਉਹਨਾਂ ਨੂੰ ਜਿਹੜੇ ਫੰਡ ਵੀ ਉਹਨਾਂ ਦੇ ਕੱਟੇ ਜਾ ਰਹੇ ਹੈ। ਔਰ ਪੁਲਿਸ ਨੇ ਭਾਵੇਂ ਬੈਰੀਕੇਡ ਲਾਏ ਨੇ, ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਵੀ ਕੀਤੀ ਹੈ। ਔਰ ਆਦਰਸ਼ ਸਕੂਲ ਅਧਿਆਪਕ ਜਿਹੜੇ ਯੂਨੀਅਨ ਹੈ, ਉਹਨਾਂ ਨੇ ਆਖਿਆ ਕਿ ਸਾਨੂੰ ਪੱਕਿਆਂ ਕੀਤਾ ਜਾਵੇ ਤੇ ਜਿਹੜਾ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਵਾਲੀ ਯੋਜਨਾ ਹੈ ਇਹਨੂੰ ਰੱਦ ਕੀਤਾ ਜਾਵੇ। ਹੁਣ ਪਿੱਛੇ ਜਿਹੇ ਸੰਤ ਅਤਰ ਸਿੰਘ ਮੈਡੀਕਲ ਫੈਸਿਲਿਟੀ ਦਾ ਉਦਘਾਟਨ ਹੋਇਆ ਸੀ, ਉਹ ਕਹਿੰਦੇ ਕਿ ਜ਼ਮੀਨ ਝਗੜੇ ਵਾਲੀ ਆ। ਦੇਖੋ ਉਹ ਦੋ ਜਿਹੜੀਆਂ ਇਹਦੇ ਚ ਮਸਤੂਆਣਾ ਸਾਹਿਬ ਦਾ ਜਿਹੜਾ ਟਰੱਸਟ ਹੈਗਾ, ਉਹਦੇ ਚ ਇੱਕ ਟਰੱਸਟ ਦੇ ਪ੍ਰਧਾਨ ਨੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਤੇ ਦੂਜਾ ਟਰੱਸਟ ਹੈ ਉਹ ਮਸਤੂਆਣਾ ਸਾਹਿਬ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਉਹਦੇ ਟਰੱਸਟ ਵਾਲੇ ਜਿਹੜੇ ਉੱਥੋਂ ਦੇ ਲੋਕਲ ਲੋਕ ਨੇ ਉਹ ਚਲਾਉਂਦੇ ਨੇ। ਦੋਨੇ ਜਿਹੜੀਆਂ ਧਿਰਾਂ ਨੇ ਸਾਫ਼ ਤੌਰ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਇਹ ਗੱਲ ਕਹੀ ਹੈ ਪਿਛਲੇ ਦਿਨਾਂ ਦੇ ਵਿੱਚ ਕਿ ਅਸੀਂ ਐਸਾ ਇੱਕ ਮੈਡੀਕਲ ਹਸਪੀਟਲ ਬਣਾ ਰਹੇ ਹਾਂ, ਮੈਡੀਕਲ ਕਾਲਜ ਬਣਾ ਰਹੇ ਹਾਂ ਜਿਹਦੇ ਚ 75 ਸੀਟਾਂ ਹੋਣਗੀਆਂ। ਤੇ ਨਾਲ ਉਹਨਾਂ ਨੇ ਆਖਿਆ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਜਿਹੜੇ ਸਾਡੇ ਨੀਂਹ ਪੱਥਰ ਰੱਖੇ ਹੋਣਗੇ ਉਹ ਨੀਂਹ ਪੱਥਰ ਤੁਹਾਨੂੰ ਹਰ ਦਿਨ ਤੁਹਾਨੂੰ ਨਕਸ਼ਾ ਜਿਹੜਾ ਉਹਦਾ ਚੇਂਜ ਹੁੰਦਾ ਦਿਖਾਈ ਦੇਵੇਗਾ। ਲੇਕਿਨ ਹੁਣ ਜਿਹੜੀ ਗੱਲ ਇਹ ਆਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਦੋਂ ਮੈਡੀਕਲ ਕਾਲਜ ਦਾ ਉਦਘਾਟਨ ਕਰਨ ਬੈਠੇ ਔਰ ਉਹਨਾਂ ਨੇ ਸਾਫ਼ ਤੌਰ ਤੇ ਇਹ ਗੱਲ ਕਹੀ ਕਿ ਅਸੀਂ ਇਹਦੇ ਲਈ ਫੰਡ ਵੀ ਦੇ ਰਹੇ ਹਾਂ, ਤਾਂ ਫੰਡ ਅਸੀਂ ਰਿਲੀਜ਼ ਵੀ ਕਰ ਰਹੇ ਹਾਂ ਤੇ ਪਿਛਲੀਆਂ ਸਰਕਾਰਾਂ ਨੇ ਜਿਹੜਾ ਕੁਝ ਕੀਤਾ ਸੀਗਾ ਉਸ ਦੇ ਮੱਦੇਨਜ਼ਰ ਅਸੀਂ 31 ਮਾਰਚ ਨੂੰ ਜਿਹੜਾ ਹੈਗਾ ਇਹ ਜਿਹੜਾ ਆਉਣ ਵਾਲੀ 31 ਮਾਰਚ ਹੈਗੀ ਹੈ ਉਹਦੇ 'ਚ ਅਸੀਂ ਇਹਦਾ ਜਿਹੜਾ ਦਾਖਲਾ ਸ਼ੁਰੂ ਕਰ ਦਿਆਂਗੇ। ਲੇਕਿਨ ਹੁਣ ਇਹ ਪਤਾ ਲੱਗਿਆ ਕਿ ਜਦੋਂ ਨਵੇਂ ਕਾਲਜ ਖੋਲ੍ਹੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ, ਤਾਂ ਉਦੋਂ ਜ਼ਮੀਨ ਹੈ ਜਿਹੜੀ ਉਹਦੇ 'ਚ ਕਾਫੀ ਵਿਵਾਦ ਖੜੇ ਹੋਏ ਨੇ। ਲੇਕਿਨ ਹਰ ਜ਼ਿਲ੍ਹੇ ਦੇ ਵਿੱਚ ਮੈਡੀਕਲ ਕਾਲਜ ਖੋਲ੍ਹਣ ਦੀ ਗੱਲ ਭਗਵੰਤ ਮਾਨ ਸਰਕਾਰ ਜਦੋਂ ਕਰ ਰਹੀ ਹੈ ਤਾਂ ਉਹ ਕਹਿ ਰਹੀ ਹੈ ਕਿ 4 ਨਵੇਂ ਮੈਡੀਕਲ ਕਾਲਜ ਜਿਹੜੇ ਪੰਜਾਬ ਨੂੰ ਮਿਲਣਗੇ ਤੇ 500 MBBS ਦੀਆਂ ਸੀਟਾਂ ਮਿਲਣਗੀਆਂ। ਔਰ ਇਹਦੇ ਸੰਬੰਧੀ ਪਿਛਲੇ ਸਾਲ ਵੀ ਇਹ ਹੋਇਆ ਸੀ, OP ਸੋਨੀ ਨੇ ਵੀ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ, ਉਹਨਾਂ ਨੇ ਵੀ ਇਹੀ ਗੱਲ ਕਹੀ ਸੀ। ਹੁਣ ਅਸਲੀਅਤ ਕੀ ਹੈਗੀ ਹੈ, ਇਹ ਜਿਹੜੀ ਜ਼ਮੀਨ ਹੈਗੀ ਹੈ ਪੰਜਾਬ ਦੇ ਮੈਡੀਕਲ ਕਾਲਜਾਂ ਦੀ ਜਿਹੜੀ ਜ਼ਮੀਨ ਹੈ ਉਹਦੇ 'ਚ ਪੰਜਾਬ ਦੇ ਮੁੱਖ ਮੰਤਰੀ ਨੇ ਭਾਵੇਂ ਇਹ ਗੱਲ ਕਹੀ ਹੈ ਕਿ ਅਸੀਂ ਇਹਨੂੰ 31 ਮਾਰਚ ਤੱਕ ਸ਼ੁਰੂ ਕਰ ਦਿਆਂਗੇ, ਲੇਕਿਨ ਹੁਣ ਜ਼ਮੀਨ ਹੈ ਜਿਹੜੀ ਜਦੋਂ ਐਕਵਾਇਰ ਕੀਤੀ ਗਈ ਜਾਂ ਉਹਦੇ ਲਈ ਜਿਹੜੀਆਂ ਪੈਰਾਮੀਟਰਸ ਨੇ ਉਹ ਕਮੇਟੀ ਨੇ ਕਿਉਂ ਨਹੀਂ ਦੱਸੀਆਂ, ਇਹ ਇੱਕ ਚਿੰਤਾ ਵਾਲੀ ਗੱਲ ਹੈਗੀ ਹੈ। ਦੂਜੀ ਹੈਗੀ ਹੈ ਕਿ ਮਸਤੂਆਣਾ ਸਾਹਿਬ ਦਾ ਜਿਹੜਾ ਟਰੱਸਟ ਹੈਗਾ ਜਿੱਥੇ ਇਹ ਨੀਂਹ ਪੱਥਰ ਜਿਹੜਾ ਰੱਖਿਆ ਗਿਆ ਹੈ, ਜਿੱਥੇ ਪਹਿਲਾਂ ਨੀਂਹ ਪੱਥਰ ਰੱਖਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਨੇ, ਔਰ ਉਹਨਾਂ ਨੇ ਕਿਹਾ ਸੀਗਾ ਕਿ ਸੰਤ ਅਤਰ ਸਿੰਘ ਮਹਾਰਾਜ ਵੱਲੋਂ ਜਿਹੜਾ ਸੰਗਰੂਰ ਦੀ ਧਰਤੀ ਦੇ ਉੱਤੇ ਜਿਹੜੀ ਸਿੱਖਿਆ ਦੀ ਜਦੋਂ ਮਿਸਾਲ ਉਹਨਾਂ ਨੇ ਜਗਾਈ ਸੀ, ਮੈਡੀਕਲ ਸਿੱਖਿਆ ਮੁਹੱਈਆ ਕਰਾਉਣ ਦੇ ਲਈ ਉਹਨਾਂ ਨੇ ਆਖਿਆ ਕਿ ਅਸੀਂ ਵੱਡਾ ਸੰਸਥਾਨ ਦਾ ਨੀਂਹ ਪੱਥਰ ਰੱਖ ਰਹੇ ਹਾਂ। ਤੇ ਖੁਦ ਨੂੰ ਵੀ ਉਹਨਾਂ ਨੇ ਕਿਸਮਤ ਵਾਲੇ ਆਖਿਆ ਸੀ, ਉਹਨਾਂ ਨੇ ਆਖਿਆ ਸੀ ਵੀ ਸਾਡੇ ਇਲਾਕੇ ਦੇ ਵਿੱਚ
ਮੈਡੀਕਲ ਕਾਲਜ ਦੀ ਬਹੁਤ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਤੇ 31 ਮਾਰਚ ਤੱਕ ਇਸ ਨੂੰ ਪੂਰਾ ਕਰ ਲਿਆ ਜਾਏਗਾ ਔਰ ਇਹਦਾ ਸੈਸ਼ਨ ਹੈ ਜਿਹੜਾ ਮੈਡੀਕਲ ਕਾਲਜ ਦਾ ਆਰੰਭ ਕੀਤਾ ਜਾਏਗਾ ਔਰ ਇਹ ਮੈਡੀਕਲ ਕਾਲਜ ਦੇ ਨਿਰਮਾਣ ਹੋਣ ਦਾ ਉਹਨਾਂ ਨੇ ਆਖਿਆ ਸੀਗਾ ਕਿ ਮਾਲਵੇ ਨੂੰ ਫਾਇਦਾ ਹੋਏਗਾ ਔਰ ਸੰਗਰੂਰ ਮੈਡੀਕਲ ਐਜੂਕੇਸ਼ਨ ਦਾ ਹੱਬ ਜਦੋਂ ਉੱਭਰ ਕੇ ਸਾਹਮਣੇ ਆਏਗਾ ਕਿਉਂਕਿ ਪੀਜੀਆਈ ਦਾ ਜਿਹੜਾ ਸੈਟੇਲਾਈਟ ਸੈਂਟਰ ਹੈ ਉਹ ਵੀ ਸੰਗਰੂਰ ਦੇ ਵਿੱਚ ਕੇਂਦਰ ਸਰਕਾਰ ਨੇ ਜਦੋਂ ਪ੍ਰਧਾਨ ਮੰਤਰੀ ਆਪਣੇ ਸਨ ਡਾਕਟਰ ਮਨਮੋਹਨ ਸਿੰਘ ਉਦੋਂ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਔਰ ਉਸ ਦਿਨ 200 ਕਰੋੜ ਰੁਪਏ ਇਹਨਾਂ ਨੇ ਆਖਿਆ ਵੀ ਸਰਕਾਰ ਨੇ ਸਾਡੇ 16 ਮੈਡੀਕਲ ਕਾਲਜਾਂ ਦੇ ਲਈ ਅਸੀਂ ਜਿਹੜਾ ਹੈਗਾ ਉਹਨੂੰ ਡਿਸਟ੍ਰੀਬਿਊਟ ਕਰਨੇ ਆ ਲੇਕਿਨ ਹੁਣ ਪੰਜਾਬ ਦੇ ਵਿੱਚ 16 ਮੈਡੀਕਲ ਕਾਲਜ ਖੁੱਲਣ ਦੇ ਬਾਅਦ 5 ਸਾਲਾਂ ਦੇ ਵਿੱਚ ਤੇ 25 ਮੈਡੀਕਲ ਕਾਲਜ ਦੇ ਹਸਪਤਾਲ ਹੋਣਗੇ ਲੇਕਿਨ ਪਹਿਲਾ ਹਸਪਤਾਲ ਹੀ ਵਿਵਾਦਾਂ ਦੇ ਘੇਰੇ ਵਿੱਚ ਆ ਗਿਆ ਕਿਉਂਕਿ ਸੀਐਮ ਪੰਜਾਬ ਨੇ ਆਪਣਾ ਇਹ ਡ੍ਰੀਮ ਪ੍ਰੋਜੈਕਟ ਲਿਖਿਆ ਹੈ ਜਿਸ ਇਹਨਾਂ ਨੇ ਫਾਊਂਡੇਸ਼ਨ ਸਟੋਨ ਦੇ ਉੱਤੇ ਜਿਹੜਾ ਨੀਂਹ ਪੱਥਰ ਰੱਖਿਆ ਹੈ ਉਹ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਮਾਸੂਆਣਾ ਸਾਹਿਬ ਔਰ 25 ਕਰੋੜ ਰੁਪਏ ਇਹਦੇ ਤੇ ਰਾਖਵੇਂ ਉਸ ਦਿਨ ਰੱਖੇ ਸੀਗੇ ਨਾ ਮਾਫ ਕਰਨਾ 25 ਏਕੜ ਜ਼ਮੀਨ ਦੇ ਲਈ 345 ਕਰੋੜ ਰੁਪਏ 25 ਏਕੜ ਜਿਹੜਾ ਜ਼ਮੀਨ ਹੈ ਕਿਉਂਕਿ 25 ਏਕੜ ਦੀ ਲੈਂਡ ਚਾਹੀਦੀ ਐਮਬੀਬੀਐਸ ਕਾਲਜ ਦੇ ਲਈ ਤੇ ਹੁਣ ਉਹ ਜਿਹੜੀ ਜ਼ਮੀਨ ਹੈ ਉਹ ਜਦੋਂ ਵਿਵਾਦਾਂ ਵਿੱਚ ਆ ਗਈ ਤੇ ਇਹਦੇ ਲਈ ਸਰਕਾਰ ਨੇ ਹਾਲੇ ਤੱਕ ਕੋਈ ਸਫਾਈ ਨਹੀਂ ਦਿੱਤੀ ਲੇਕਿਨ ਟਰਸਟ ਕਹਿ ਰਿਹਾ ਹੈ ਕਿ ਅਸੀਂ ਇਹਦੇ ਬਾਰੇ ਬੜੀ ਛੇਤੀ ਫੈਸਲਾ ਕਰਕੇ ਸੰਗਤ ਨੂੰ ਇਹਦੇ ਬਾਰੇ ਜਿਹੜੀ ਜਾਣਕਾਰੀ ਦੇਵਾਂਗੇ ਹੁਣ ਮੈਡੀਕਲ ਫੈਸਿਲਿਟੀਜ਼ ਦੀ ਗੱਲ ਕਰਦੇ ਹਾਂ ਕਿ ਇੱਟਾਂ ਤੇ ਸੀਮੈਂਟ ਨਾਲ ਤਾਂ ਪ੍ਰੋਵਾਈਡ ਨਹੀਂ ਕੀਤੀ ਜਾ ਸਕਦੀ ਪਿੱਛੇ ਜਿਹੇ ਹੈਲਥ ਮਿਨਿਸਟਰ ਨੇ ਜਿਹੜੀ ਵੀਸੀ ਦੀ ਬੇਇੱਜ਼ਤੀ ਕੀਤੀ ਸੀ ਜਾ ਕੇ ਲੋਕਲ ਐਮਐਲਏ ਜਿਹੜਾ ਜੈਤੋ ਵਾਲਾ ਉਹਨੂੰ ਦੱਸਣ ਦੀ ਲੋੜ ਹੈ ਕਿ ਉੱਥੇ 31 ਪੋਸਟ ਆ ਡਾਕਟਰਾਂ ਦੀਆਂ ਜਿਨ੍ਹਾਂ ਚੋਂ ਸਿਰਫ 4 ਡਾਕਟਰ ਉੱਥੇ ਹੈ ਹਾਂਜੀ ਬਿਲਕੁਲ ਅੱਜ ਹੁਣ ਨਵੀਂ ਗੱਲ ਇੱਕ ਹੋਰ ਹੋ ਗਈ ਜਿਹੜੀਆਂ ਜਥੇਬੰਦੀਆਂ ਜਿਹੜੇ ਡਾਕਟਰਾਂ ਦੀਆਂ ਜਥੇਬੰਦੀਆਂ ਨੇ ਇਹ ਇੱਕ ਨਵਾਂ ਜਿਹੜਾ ਇੱਕ ਸੰਗਠਨ ਬਣਾ ਲਿਆ ਜਦੋਂ ਚੇਤਨ ਸਿੰਘ ਜੌੜਾ ਮਾਜਰਾ ਫਰੀਦਕੋਟ ਦੇ ਹਸਪਤਾਲ ਦੇ ਵਿੱਚ ਆਉਂਦੇ ਨੇ ਉਹ ਵਾਈਸ ਚਾਂਸਲਰ ਨੂੰ ਬੁਰਾ ਭਲਾ ਬੋਲਦੇ ਨੇ ਤੇ ਵਾਈਸ ਚਾਂਸਲਰ ਵੀ ਜਦੋਂ ਕਾਫੀ ਉਹ ਹੱਦ ਤੱਕ ਕਰਦੇ ਨੇ ਤਾਂ ਉਸ ਤੋਂ ਬਾਅਦ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਵਿੱਚ ਕਾਫੀ ਇਹਦਾ ਵਿਰੋਧ ਵੀ ਕੀਤਾ ਗਿਆ ਔਰ ਦੂਜੇ ਪਾਸੇ ਹੁਣ ਨਵੀਂ ਗੱਲ ਇੱਕ ਹੋਰ ਹੋ ਗਈ ਅੱਜ ਜਿੱਥੇ ਪੰਜਾਬ ਦੇ ਸਿਹਤ ਮੰਤਰੀ ਜਿਹੜੇ ਨੇ ਚੇਤਨ ਸਿੰਘ ਜੌੜਾ ਮਾਜਰਾ ਜਿੱਥੇ ਉਹ ਆਪਣੇ ਲੈਵਲ ਦੇ ਉੱਤੇ ਗੱਦੇ ਭੇਜ ਰਹੇ ਨੇ ਆਪਣੇ ਨਿੱਜੀ ਫੰਡ ਦੇ ਵਿੱਚੋਂ ਪੈਸੇ ਭੇਜ ਰਹੇ ਨੇ ਔਰ ਉਸ ਤੋਂ ਬਾਅਦ ਉਹਨਾਂ ਦੇ ਗੱਦੇ ਭੇਜੇ ਗਏ ਨਵੇਂ ਗੱਦੇ ਜਿਹੜੇ ਆ ਮੇਰੇ ਖਿਆਲ 200 ਦੇ ਕਰੀਬ ਗੱਦਾ ਜਿਹੜਾ ਅੱਜ ਉਹਨਾਂ ਨੇ ਭੇਜਿਆ ਤੇ ਦੂਜੇ ਪਾਸੇ ਇੱਕ ਡਾਕਟਰਾਂ ਦੀ ਜਥੇਬੰਦੀ ਨੇ ਇੱਕ ਸਟ੍ਰਾਈਕ ਦੇ ਲਈ ਇੱਕ ਨਵਾਂ ਜਿਹੜਾ ਗਠਨ ਕੀਤਾ ਇੱਕ ਜਥੇਬੰਦੀ ਬਣਾਈ ਹੈ ਜਿਹਦੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ ਬਾਕੀ ਡਾਕਟਰ ਹੈ ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਵੀ ਜਿਹੜੇ ਮੁਹੱਲਾ ਕਲੀਨਿਕ ਤੁਸੀਂ ਸ਼ੁਰੂ ਕਰ ਰਹੇ ਹੋ ਪੰਜਾਬ ਦੇ ਵਿੱਚ ਇੱਕ ਤਾਂ ਉਹ ਦੱਸੋ ਕਿ ਮੁਹੱਲਾ ਕਲੀਨਿਕ ਦੇ ਵਿੱਚ ਤੁਸੀਂ ਨਵਾਂ ਕੀ ਕੀਤਾ ਹੈ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਸੀਗੀਆਂ ਤੇ ਪੁਰਾਣੀਆਂ ਬਿਲਡਿੰਗਾਂ ਨੂੰ ਤੁਸੀਂ ਰੰਗ ਰੋਗਨ ਕਰਕੇ ਤੇ ਤੁਸੀਂ ਉਹਦੇ 'ਚ ਇੱਕ ਡਾਕਟਰ ਇੱਕ ਫਾਰਮਾਸਿਸਟ ਇੱਕ ਨਰਸ ਔਰ ਇੱਕ ਜਿਹੜਾ ਹੈਗਾ ਰਿਸੈਪਸ਼ਨਿਸਟ ਉਹ ਰੱਖ ਰਹੇ ਹੋ ਤੇ ਦੂਜੇ ਪਾਸੇ ਉਹਨਾਂ ਨੇ ਆਖਿਆ ਕਿ ਜਦੋਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਸਪਤਾਲ ਹੈਗੇ ਆ ਤਹਿਸੀਲ ਲੈਵਲ ਤੇ ਪ੍ਰਾਇਮਰੀ ਹੈਲਥ ਸੈਂਟਰ ਹੈਗੇ ਨੇ ਔਰ ਡਿਸਪੈਂਸਰੀਆਂ ਹੈਗੀਆਂ ਤਾਂ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਰੈਨੋਵੇਟ ਕਰਦੇ ਜਾਂ ਉਹਨਾਂ ਦੇ ਵਿੱਚ ਜਿਹੜਾ ਸਟਾਫ ਕਿਉਂ ਨਹੀਂ ਪੂਰਾ ਕਰਦੇ ਤੇ ਦੂਜਾ ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਕਿ ਜਿਹੜਾ ਚੇਤਨ ਸਿੰਘ ਜੌੜਾ ਮਾਜਰਾ ਨੇ ਜਿਨ੍ਹਾਂ ਨੇ ਇੱਕ ਬੇਇੱਜ਼ਤੀ ਕੀਤੀ ਹੈ ਉਸ ਮੰਤਰੀ ਨੇ ਉਸ ਵਾਈਸ ਚਾਂਸਲਰ ਦੀ ਔਰ ਜਿਹੜਾ ਵਾਈਸ ਚਾਂਸਲਰ ਪਿਛਲੀਆਂ ਚਾਰ ਸਰਕਾਰਾਂ ਦੇ ਮੱਦੇਨਜ਼ਰ ਸਰਕਾਰ ਦਾ ਇੱਕ ਐਡਵਾਈਜ਼ਰ ਵੀ ਰਿਹਾ ਤੇ ਮੰਤਰੀ ਨੇ ਉਹ ਬੇਇੱਜ਼ਤੀ ਕੀਤੀ ਹੈ ਤੇ ਜਿੰਨਾ ਚਿਰ ਉਹ ਮਾਫੀ ਨਹੀਂ ਮੰਗਦੇ ਉਨੀ ਦੇਰ ਤੱਕ ਅਸੀਂ ਤੁਹਾਡੇ ਨਾਲ ਰਾਬਤਾ ਨਹੀਂ ਕਾਇਮ ਕਰਾਂਗੇ ਔਰ ਅਸੀਂ ਮੁਹੱਲਾ ਕਲੀਨਿਕ ਦਾ ਵੀ ਵਿਰੋਧ ਕਰਾਂਗੇ ਔਰ ਨਾਲ ਹੀ ਮੰਤਰੀ ਦਾ ਅਸਤੀਫਾ ਵੀ ਚਾਹੀਦਾ ਹੈ ਤੇ ਜੇ ਮੰਤਰੀ ਅਸਤੀਫਾ ਨਹੀਂ ਦਿੰਦਾ ਤੇ ਉਹਦਾ ਜਿਹੜਾ ਮਹਿਕਮਾ ਬਦਲਿਆ ਜਾਵੇ ਤੇ ਦੂਜਾ ਉਹ ਮਾਫੀ ਮੰਗੇ ਹੁਣ ਇਹਦੇ ਨਾਲ ਇੱਕ ਨਵੀਂ ਕਿਸਮ ਦਾ ਜਿਹੜਾ ਸਰਕਾਰ ਜਦੋਂ ਇੱਕ ਪਾਸੇ ਮੁਹੱਲਾ ਕਲੀਨਿਕ 15 ਅਗਸਤ ਨੂੰ ਸ਼ੁਰੂ ਕਰਨ ਜਾ ਰਹੀ ਹੈ ਤੇ ਦੂਜੇ ਪਾਸੇ ਸਰਕਾਰ ਇਸ ਗੱਲ ਦੇ ਵਿੱਚ ਘਿਰ ਗਈ ਹੈ ਸਰਕਾਰ ਨੂੰ ਇਹ ਸਵਾਲ ਦਾ ਸਾਹਮਣਾ ਕਰਨਾ ਪੈ ਰਿਹਾ ਕਿ 18-20 ਲੱਖ ਰੁਪਈਆ ਤੁਸੀਂ ਕਾਹਦੇ ਤੇ ਲਾਇਆ ਜਦੋਂ ਤੁਸੀਂ ਸਿਰਫ ਰੈਫਰਲ ਹਸਪਤਾਲ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਉੱਥੇ ਜਿਹੜੇ ਮੁਹੱਲਾ ਕਲੀਨਿਕ ਹੈ ਉਹਦੇ 'ਚ ਕੋਈ ਮਰੀਜ਼ ਨੂੰ ਭਰਤੀ ਨਹੀਂ ਕਰਨਾ ਔਰ ਉਹਦੇ 'ਚ ਕੀ ਹੈ ਕਿ ਦਵਾਈ ਬੂਟੀ ਦੇ ਕੇ ਉਹਨੂੰ ਘਰੇ ਤੋੜ ਦੇਣਾ ਹੈ ਤੇ ਜੇ ਕੋਈ ਮੇਜਰ ਕੋਈ ਕਿਸੇ ਦੀ ਕੋਈ ਸਰਜਰੀ ਹੋਣੀ ਹੈ ਜਾਂ ਕਿਸੇ ਮੇਜਰ ਕੋਈ ਇਲਾਜ ਹੋਣਾ ਤਾਂ ਉਹਨੂੰ ਰੈਫਰਲ ਕਰਨਾ ਹੈ ਅਗਲੇ ਜਿਹੜੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਉਹਨਾਂ ਨੇ ਆਖਿਆ ਫਿਰ ਤੁਸੀਂ ਪਹਿਲਾਂ ਜ਼ਿਲ੍ਹਾ ਹਸਪਤਾਲਾਂ ਜਦੋਂ ਆਲਰੇਡੀ ਕੰਮ ਕਰ ਰਹੇ ਆ ਪ੍ਰਾਇਮਰੀ ਹੈਲਥ ਸੈਂਟਰ ਕੰਮ ਕਰ ਰਹੇ ਨੇ ਤੇ ਉਹਨਾਂ ਦੇ ਵਿੱਚ ਹੀ ਤੁਸੀਂ ਆਪਣਾ ਜਿਹੜਾ ਸਿਸਟਮ ਹੈ ਉਹਨੂੰ ਸੁਧਾਰੋ ਜਿਹੜੀਆਂ ਕਮੀਆਂ ਉਹਨੂੰ ਪੂਰਾ ਕਰੋ ਜਿਹੜਾ ਸਾਜੋ ਸਮਾਨ ਹੈ ਉਹਨੂੰ ਦਿਓ ਜਿਹੜੇ ਉੱਥੇ ਕੋਈ ਜਿਹੜੇ ਬੈੱਡ ਖਰਾਬ ਨੇ ਜਾਂ ਕੋਈ ਸਟ੍ਰੈਚਰ ਹੈ ਜਾਂ ਕੋਈ ਆਪਰੇਸ਼ਨ ਥੀਏਟਰ ਦੇ ਵਿੱਚ ਜਿਹੜੇ ਕੋਈ ਜਿਹੜੀਆਂ ਚੀਜ਼ਾਂ ਜ਼ਰੂਰਤਮੰਦ ਨੂੰ ਚਾਹੀਦੀਆਂ
ਉਹਦਾ ਤੁਸੀਂ ਜ਼ਰੂਰ ਕਰੋ। ਕਿਸਾਨ ਜਥੇਬੰਦੀਆਂ ਨੇ ਵੀ ਇਸ ਗੱਲ ਦੀ ਜਿਹੜੀ ਚਿੰਤਾ ਜ਼ਾਹਿਰ ਕੀਤੀ ਹੈ ਵੀ ਜਿਹੜਾ ਵੀ ਜੇ ਸਰਕਾਰੀ ਡਾਕਟਰ ਹੁਣ ਹੜਤਾਲ ਤੇ ਚਲੇ ਗਏ ਜਾਂ ਪ੍ਰਾਈਵੇਟ ਜਿਹੜਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇੱਕ ਗਲੋਬਲ ਪੂਰੇ ਪੰਜਾਬ ਦੇ ਡਾਕਟਰਾਂ ਨੂੰ ਇਨਵੋਲਵ ਕਰਕੇ ਇੱਕ ਨਵਾਂ ਜਿਹੜੀ ਜਥੇਬੰਦੀ ਖੜੀ ਕਰ ਲਈ ਤੇ ਉਹਦੇ ਨਾਲ ਸਰਕਾਰ ਦੇ ਕਾਫੀ ਵਿਰੋਧ ਹੋਣ ਦਾ ਚਾਂਸ ਹੈ। ਤੇ ਉਸ ਸਮੇਂ ਜਦੋਂ ਸਰਕਾਰ ਚੇਤਨ ਸਿੰਘ ਜੌੜਾ ਮਾਜਰਾ ਦੇ ਨਾਲ ਹਾਲੇ ਗੱਲ ਨਹੀਂ ਕਰ ਰਹੀ, ਮੁੱਖ ਮੰਤਰੀ ਸਾਹਿਬ ਵੀ ਉਹਨਾਂ ਨੂੰ ਮਿਲੇ ਨਹੀਂ, ਇਸ ਮੀਟਿੰਗ ਦੇ ਵਿੱਚ ਮਿਲੇ ਹੈ, ਲੇਕਿਨ ਦੂਜੇ ਪਾਸੇ ਹਿਮਾਚਲ ਦੇ ਵਿੱਚ ਜਦੋਂ ਇਲੈਕਸ਼ਨ ਲੜਨ ਜਾ ਰਹੀ ਹੈ ਆਮ ਆਦਮੀ ਪਾਰਟੀ, ਤਦੋਂ ਹਿਮਾਚਲ ਦੇ ਵਿੱਚੋਂ ਵੀ ਵਿਰੋਧ ਕਾਫੀ ਜਿਹੜਾ ਉੱਠ ਕੇ ਸਾਹਮਣੇ ਆ ਰਿਹਾ ਹੈ ਕਿ ਹਿਮਾਚਲ ਦੇ ਰਹਿਣ ਵਾਲੇ ਆਪਣੇ ਡਾਕਟਰ ਰਾਜ ਬਹਾਦਰ ਦੀ ਇਹਨਾਂ ਨੇ ਇਨਸਲਟ ਕੀਤੀ। ਹੁਣ ਆਮ ਆਦਮੀ ਪਾਰਟੀ ਵਾਲੇ ਆਪਣੀਆਂ ਸੈਲੀਬ੍ਰੇਸ਼ਨ ਲਈ ਮਸ਼ਹੂਰ ਹੈ, ਕਾਂਗਰਸ ਪਾਰਟੀ ਵਾਲੇ ਕਹਿ ਰਹੇ ਕਿ ਇਹਨਾਂ ਨੇ ਪਾਰਟੀ ਦੀ ਕੋਈ ਖੁਸ਼ੀ ਮਨਾਈ ਸੀ, ਸਰਕਾਰੀ ਪੈਸਾ ਲੱਗਾ ਅੰਮ੍ਰਿਤਸਰ ਦੇ ਵਿੱਚ। ਹਾਂਜੀ ਬਿਲਕੁਲ, 19 ਲੱਖ ਰੁਪਏ ਦਾ ਬਿੱਲ ਮੈਨੂੰ ਯਾਦ ਹੈ ਕਿਉਂਕਿ ਉਸ ਦਿਨ ਤਾਂ ਇਹਨਾਂ ਨੇ ਸਹੁੰ ਵੀ ਨਹੀਂ ਚੁੱਕੀ ਸੀ, ਸਹੁੰ ਉਸ ਦਿਨ ਅਨਾਊਂਸਮੈਂਟ ਹੋਈ ਸੀ ਮੈਨੂੰ ਯਾਦ ਹੈ। ਅੰਮ੍ਰਿਤਸਰ ਦੇ ਵਿੱਚ ਸਾਰਿਆਂ ਨੂੰ ਇਕੱਠਾ ਕੀਤਾ ਸੀ, ਸਾਰੇ MLAs ਨੂੰ, ਮੈਂ 2-3 MLAs ਨੂੰ ਫੋਨ ਕੀਤਾ, ਮੈਂ ਕਿਹਾ ਤੁਸੀਂ ਕਿੱਥੇ ਹੋ? ਉਹ ਕਹਿੰਦੇ ਜੀ ਇੱਕ ਟਰੱਕ ਜਿਹਦੇ ਚੜਾਈ ਖੜੇ ਆ, ਸਾਨੂੰ ਗਰਮੀ ਵੀ ਉਦੋਂ ਕਾਫੀ ਸੀਗੀ ਤੇ ਉਹਦਾ ਕਾਫੀ ਰੌਲਾ ਵੀ ਪਿਆ ਤੇ ਲੇਕਿਨ ਉਸ ਦਿਨ ਮੁੱਖ ਮੰਤਰੀ ਜਿਹੜੇ ਨੇ ਉਹ ਠਹਿਰੇ ਹੋਏ ਸੀਗੇ ਦਿੱਲੀ ਦੇ ਮੁੱਖ ਮੰਤਰੀ ਤਾਂ ਉੱਥੇ ਸਵਰਨ ਤਾਜ ਹੋਟਲ ਦੇ ਵਿੱਚ, ਤਾਂ ਉੱਥੇ ਹੀ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਸੀ ਔਰ ਉੱਥੇ ਆਪਣੇ ਦੂਸਰੇ ਉਦੋਂ ਮੰਤਰੀ ਮੰਡਲ ਦਾ ਹਾਲੇ ਕਿਉਂਕਿ ਚੀਫ ਮਿਨਿਸਟਰ ਤਾਂ ਹਾਲੇ ਤੀਜੇ ਦਿਨ ਬਣਨਾ ਸੀਗਾ, ਉਸ ਦਿਨ ਅਨਾਊਂਸਮੈਂਟ ਕੀਤੀ ਸੀ ਕਿ ਤੁਸੀਂ ਕੇਸਰੀ ਪੱਗਾਂ ਬੰਨ੍ਹ ਕੇ ਤੇ ਕੇਸਰੀ ਚੁੰਨੀਆਂ ਲੈ ਕੇ ਤੁਸੀਂ ਖੜਖੜ ਹੋਣਾ ਤੇ ਹਰ ਪੰਜਾਬੀ ਦਾ ਮੁੱਖ ਮੰਤਰੀ ਜੀ। ਤੁਹਾਡੀ ਆਵਾਜ਼ ਨੂੰ ਕੁਝ ਹੋ ਰਿਹਾ ਜੀ, ਹੁਣ ਆ ਰਹੀ ਹੈ ਜੀ? ਹਾਂਜੀ ਹੁਣ ਠੀਕ ਹੈ। ਭਗਵੰਤ ਮਾਨ ਨੇ ਉਸ ਦਿਨ ਇੱਕ ਅਪੀਲ ਕੀਤੀ ਸੀ, ਸਾਰੇ MLA ਜਿਹੜੇ ਨੇ ਉਹ ਪਹੁੰਚੇ ਹੋਏ ਸਨ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੇ ਭਗਵੰਤ ਮਾਨ ਨੇ ਇੱਕ ਅਪੀਲ ਕੀਤੀ ਸੀ ਵੀ ਤੁਸੀਂ ਕੇਸਰੀ ਪੱਗਾਂ ਬੰਨ੍ਹ ਕੇ ਕੇਸਰੀ ਚੁੰਨੀਆਂ ਲੈ ਕੇ ਤੇ ਸਾਰਿਆਂ ਨੇ ਖਟਕੜ ਕਲਾਂ ਵਿਖੇ ਪਹੁੰਚਣਾ ਹੈ। ਤੇ ਉਦੋਂ ਉਸ ਤੋਂ ਤੀਜੇ ਦਿਨ ਸੀ, ਉਹ ਪਹਿਲੇ ਦਿਨ ਉਸ ਦਿਨ ਕਰਦੇ ਆ ਇਹ, ਤੇ ਤੀਜੇ ਦਿਨ ਇਹ ਜਿਹੜੀ ਉੱਥੇ ਪਹੁੰਚਦੇ ਨੇ ਤਾਂ ਉਹ ਸਾਰਾ ਜਿਹੜਾ ਪੈਸਾ ਹੈਗਾ ਜਿਹਦੇ 'ਚ ਗੇਟ ਲੱਗੇ ਸੀਗੇ, ਫੁੱਲਾਂ ਦੇ ਹਾਰ ਲੱਗੇ ਸੀਗੇ, ਹੋਟਲ ਦੇ ਵਿੱਚ ਰਹਿਣਾ ਸੀ। ਮੈਨੂੰ ਯਾਦ ਹੈ ਮੈਂ ਉੱਥੇ ਪਹਿਲਾਂ ਪਹੁੰਚ ਗਿਆ ਤੇ ਮੈਨੂੰ ਇੱਕ ਤਹਿਸੀਲਦਾਰ ਮਿਲਿਆ, ਮੈਂ ਕਿਹਾ ਜੀ ਤੁਸੀਂ? ਕਹਿੰਦਾ ਜੀ ਅਸੀਂ ਰਿਹਾਇਸ਼ ਦਾ ਪ੍ਰਬੰਧ ਕੀਤਾ, ਸਾਡੇ ਕੋਲ 4 ਕਮਰੇ ਨੇ। ਤੇ ਮੈਂ ਕਿਹਾ ਉਹਦਾ ਬਿੱਲ ਕੌਣ ਦੇਗਾ? ਕਹਿੰਦਾ ਜੀ ਹਾਲੇ ਤਾਂ ਕੁਛ ਨਹੀਂ ਪਤਾ, ਜਦੋਂ ਸਰਕਾਰ ਬਣੂਗੀ ਉਦੋਂ ਕਿਸੇ ਖਾਤੇ 'ਚ ਪਾ ਦਿਆਂਗੇ। ਤਾਂ ਉਦੋਂ ਹੀ ਲੱਗਦਾ ਸੀਗਾ ਕਿ ਇਹ ਬਿੱਲ ਪਹਿਲਾਂ ਤਾਂ ਹੁੰਦਾ ਸੀਗਾ ਵੀ ਜਿਹੜੇ ਵੀ ਅਕਾਲੀ ਦਲ ਦੇ ਵਿੱਚ ਜਾਂ ਕਾਂਗਰਸ ਦੇ ਵਿੱਚ ਜਿਹੜੇ ਮੰਤਰੀ ਸੀ ਉਹ ਕਿਸੇ ਸੱਜੇ ਖੱਬਿਓਂ ਜਾਂ ਇੱਧਰੋਂ ਉੱਧਰੋਂ ਕਰਕੇ ਜਾਂ ਕਿਸੇ ਨੂੰ ਕਹਿ ਦਿੰਦੇ ਸੀ ਕਿ ਤੁਸੀਂ ਬਿੱਲ ਦੇ ਦਿਓ, ਲੇਕਿਨ ਉਦੋਂ ਸਰਕਾਰ ਨਹੀਂ ਸੀ ਬਣੀ, ਉਦੋਂ ਤਹਿਸੀਲਦਾਰਾਂ ਦੀਆਂ ਡਿਊਟੀਆਂ ਲੱਗੀਆਂ ਸੀ, ਤਹਿਸੀਲਦਾਰ SDM ਤੇ ਪੁਲਿਸ ਕਮਿਸ਼ਨਰ ਵੀ ਉੱਥੇ ਸਨ, DC ਆਪਣੇ ਅੰਮ੍ਰਿਤਸਰ ਵੀ ਉੱਥੇ ਸੀਗੇ, ਗੁਰਪ੍ਰੀਤ ਸਿੰਘ ਖਹਿਰਾ ਉਦੋਂ DC ਸੀਗੇ, ਸੁਖਚੈਨ ਸਿੰਘ ਕਮਿਸ਼ਨਰ ਪੁਲਿਸ ਸੀਗੇ। ਤੇ ਮੈਂ ਉੱਥੇ 2-3 MLAs ਨੂੰ ਮੈਨੂੰ ਕਹਿੰਦੇ ਵੀ ਕਿੱਥੇ ਹੋ ਤੁਸੀਂ? ਮੈਂ ਕਿਹਾ ਜੀ ਮੈਂ ਤਾਂ ਉੱਥੇ ਸਵਰਨ ਤਾਜ ਹੈ। ਉਹ ਕਹਿੰਦੇ ਇੱਥੇ ਕੀ ਹੈ? ਮੈਂ ਕਿਹਾ ਇੱਥੇ ਦੋਨੇ ਮੁੱਖ ਮੰਤਰੀ ਠਹਿਰੇ ਹੋਏ ਹੈ। ਤੇ ਫਿਰ ਉੱਥੇ ਹੀ ਆਏ ਸੀ ਦੋ MLA ਮਿਲਣ, ਬਾਅਦ ਦੇ ਵਿੱਚ ਇੱਕ MLA ਉਹਨਾਂ 'ਚੋਂ ਮੰਤਰੀ ਬਣ ਗਿਆ ਤੇ ਉਹਨਾਂ ਨੂੰ ਕਿਉਂਕਿ ਮੈਂ ਮੀਡੀਆ ਕਰਕੇ ਮੈਨੂੰ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਵੀਡੀਓ ਜਿਹੜੀ ਹੈ ਉਹ ਰਿਕਾਰਡ ਕਰਨੀ ਹੈ, ਤਾਂ ਉਹ ਸਮਾਨ ਜਿਹੜਾ ਉਹਨਾਂ ਨੂੰ ਕੁਝ ਚਾਹੀਦਾ ਸੀਗਾ, ਤਾਂ ਉਹ ਜਿਹੜੀ ਮੈਨੂੰ ਉਸ ਦਿਨ ਲੱਗ ਰਿਹਾ ਸੀਗਾ ਕਿ ਜਿਹੜਾ ਪੈਸਾ ਹੈਗਾ 18-20 ਲੱਖ ਰੁਪਈਆ ਇਹ ਕੌਣ ਲਾ ਰਿਹਾ ਵੀ ਕਿਸੇ ਨੂੰ ਕਿਹਾ ਜਾ ਰਿਹਾ ਹੈ। ਉਦੋਂ ਇਹ ਸੀਗਾ ਵੀ ਹੋ ਸਕਦਾ ਨਗਰ ਨਿਗਮ ਲਾ ਰਹੀ ਹੋਵੇ, ਕਿਉਂਕਿ ਨਗਰ ਨਿਗਮ ਦੇ ਜਿਹੜੇ ਚੇਅਰਮੈਨ ਬਣੇ ਨੇ ਆਪਣਾ ਕਰਮਜੀਤ ਸਿੰਘ ਰਿੰਟੂ, ਉਹਨਾਂ ਨੇ ਸਵਿਚ ਕੀਤੀ ਸੀ ਪਾਰਟੀ, ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਗਏ ਸੀਗੇ। ਲੇਕਿਨ ਇਹ ਸਾਰਾ ਪੈਸਾ ਜਿਹੜਾ 19 ਲੱਖ ਰੁਪਈਆ RTI ਦੇ ਵਿੱਚ ਇਹਦਾ ਪੁੱਛਿਆ ਗਿਆ, ਪ੍ਰਤਾਪ ਸਿੰਘ ਬਾਜਵਾ ਨੇ ਇਹ ਸਵਾਲ ਚੁੱਕਿਆ ਹੈ ਵੀ ਤੁਸੀਂ ਤਾਂ ਹਾਲੇ ਮੁੱਖ ਮੰਤਰੀ ਵੀ ਨਹੀਂ ਸੀ ਬਣੇ, ਤੁਸੀਂ ਤਾਂ ਇਹ ਗੱਲਾਂ ਕਰਦੇ ਸੀਗੇ ਕਿ ਅਸੀਂ ਤਾਂ ਸਾਦਗੀ ਨਾਲ ਔਰ ਟਰਾਂਸਪੇਰੈਂਸੀ ਦੇ ਨਾਲ ਜਿਹੜੀ ਸਰਕਾਰ ਚਲਾਉਣੀ ਹੈ, ਤੇ ਮੁੱਖ ਮੰਤਰੀ ਹਾਲੇ ਤੁਸੀਂ ਬਣੇ ਨਹੀਂ ਤੇ 19 ਲੱਖ ਰੁਪਏ ਦਾ ਖਰਚਾ ਤੁਸੀਂ ਖਜ਼ਾਨਾ ਜਿਹੜਾ ਭਾਰ ਪਾ ਦਿੱਤਾ। ਇਹ ਪੈਸਾ ਹੁਣ ਜਾਂ ਤਾਂ ਤੁਸੀਂ ਜਮ੍ਹਾਂ ਕਰਾਓ ਤੇ ਜਾਂ ਤੁਸੀਂ ਇਹ ਦੱਸੋ ਵੀ ਇਹ ਪੈਸਾ ਤੁਸੀਂ ਕਿਹਦੇ ਮਦਦ ਦੇ ਰਹੀ, ਕਿਹੜੇ ਤਰੀਕੇ ਦੇ ਨਾਲ ਤੁਸੀਂ ਵਰਤਿਆ। ਇਹਦੇ ਬਾਰੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਹਾਲੇ ਕੋਈ ਸਫਾਈ ਨਹੀਂ ਦਿੱਤੀ। ਇਹ ਕਾਫੀ ਵੱਡਾ ਰੌਲਾ ਵੀ ਪਿਆ ਕਿ ਤੁਸੀਂ 19 ਲੱਖ ਰੁਪਈਆ ਜਿਹੜਾ ਬਿਨਾਂ ਮੁੱਖ ਮੰਤਰੀ ਦੇ ਬਣਿਆ ਤੁਸੀਂ ਇਹ ਪੈਸਾ ਖਰਚ ਕੀਤਾ ਹੈ। ਔਰ ਦੂਜਾ ਦਿੱਲੀ ਦੇ ਮੁੱਖ ਮੰਤਰੀ ਜਦੋਂ ਇੱਥੇ ਰਹੇ ਔਰ ਉਹਨਾਂ ਦੀ ਜਿਹੜੀ ਮੀਡੀਆ ਟੀਮ ਰਹੀ 7,500 ਰੁਪਈਆ ਇੱਕ ਕੈਮਰਾਮੈਨ ਨੂੰ ਦਿੱਤਾ ਔਰ ਬਾਕੀ ਜਿਹੜੇ ਫੁੱਲਾਂ ਦੇ ਹਾਰ ਲਾਏ ਗਏ ਔਰ ਜਿਹੜਾ ਹੋਟਲਾਂ ਦਾ ਕਿਰਾਇਆ ਦਿੱਤਾ ਗਿਆ, ਗੇਟ ਲਾਏ ਗਏ ਔਰ ਹੋਰ ਜਿਹੜੇ ਖਰਚੇ ਕੀਤੇ ਗਏ 19-20 ਲੱਖ ਰੁਪਈਆ ਉਹ ਤੁਸੀਂ ਕਿਹੜੇ ਖਾਤੇ 'ਚੋਂ ਖਰਚਿਆ, ਕਿਸ ਅਧਿਕਾਰ ਨਾਲ ਖਰਚਿਆ। ਉਹ ਹੁਣ ਕਾਂਗਰਸ ਨੇ ਕਾਫੀ ਵੱਡਾ ਸਵਾਲ ਚੁੱਕਿਆ, ਲੇਕਿਨ ਹਾਲੇ ਆਮ ਆਦਮੀ ਪਾਰਟੀ ਨੇ ਇਸ ਸੰਬੰਧੀ ਕੋਈ ਸਫਾਈ ਦੇਣ ਦਾ ਜਿਹੜਾ ਬੀੜਾ ਨਹੀਂ ਚੁੱਕਿਆ।
ਫਾਈਨਲੀ ਪਸ਼ੂਆਂ ਦੇ ਵਿੱਚ ਕਹਿੰਦੇ ਇੱਕ ਲੰਪੀ ਸਕਿਨ ਦੀ ਬਿਮਾਰੀ ਚੱਲ ਰਹੀ ਹੈ, ਕਿੰਨੀ ਗੰਭੀਰ ਹੈ? ਹਾਂਜੀ ਬਿਲਕੁਲ, ਬਹੁਤ ਗੰਭੀਰ ਬਿਮਾਰੀ ਹੈ। ਅਸਲ 'ਚ ਇਹ ਜਰਸੀ ਜਿਹੜੀਆਂ ਗਾਵਾਂ ਨੇ, HF ਗਾਵਾਂ ਨੇ, ਇਹ ਉਹਨਾਂ ਦੇ ਵਿੱਚ ਇਹ ਬਿਮਾਰੀ ਫੈਲੀ ਹੋਈ ਹੈ। ਮਰੀਜ਼ ਹੈ ਜਿਹੜਾ ਸਭ ਤੋਂ ਬੜੀ ਬੁਰੀ ਹਾਲਤ, ਆਪਣਾ ਜਿਹੜਾ ਕਹਿ ਸਕਦੇ ਹਾਂ ਜਿਹੜੀ ਗਾਂ ਹੈ, ਉਸ ਗਾਂ ਦਾ ਜਿਹੜਾ ਦੁੱਧ ਹੈ ਉਹ ਵੀ ਨੁਕਸਾਨ ਕਰ ਰਿਹਾ ਹੈ, ਕਿਉਂਕਿ ਡੇਅਰੀਆਂ ਦੇ ਕੋਲ ਇਹਦਾ ਕੋਈ ਇਲਾਜ ਨਹੀਂ। ਡਾਕਟਰਾਂ ਦੀ ਕਮੀ ਵੀ ਹੈ। ਝੋਲਾ ਛਾਪ ਡਾਕਟਰਾਂ ਤੋਂ ਲੋਕ ਜਾਣਕਾਰੀ ਲੈ ਕੇ ਹੋਰ ਕਰ ਰਹੇ ਨੇ, ਔਰ ਗਾਵਾਂ ਦੇ ਉੱਤੇ ਬਹੁਤ ਭਿਆਨਕ ਹਮਲਾ ਹੈਗਾ। ਲੰਪੀ ਸਕਿਨ ਦਾ ਜਿਹੜਾ ਬਿਮਾਰੀ ਹੈ, ਚਮੜੀ ਦੇ ਵਿੱਚ ਇੱਕ ਫਿੰਸੀ ਹੋ ਜਾਂਦੀ ਹੈ, ਫਿਰ ਇੱਕ ਫੋੜਾ ਹੋ ਜਾਂਦਾ ਹੈ, ਫਿਰ ਉਹ ਜ਼ਖਮ ਬਣ ਜਾਂਦਾ ਹੈ, ਔਰ ਫਿੰਸੀ ਤੇ ਫੋੜਾ ਜਦੋਂ ਫਟ ਜਾਂਦਾ ਹੈ ਔਰ ਫਿਰ ਇਹ ਬਿਮਾਰੀ ਜਿਹੜੀ ਫੈਲਦੀ ਹੈ। ਔਰ ਪਿਛਲੇ 6ਵੇਂ ਮਹੀਨੇ ਦੇ ਵਿੱਚ ਇਹ ਬਿਮਾਰੀ ਫੈਲੀ ਸੀ। ਇਹ ਆਈ ਸੀ ਮਹਾਰਾਸ਼ਟਰ ਤੋਂ, ਗੁਜਰਾਤ ਤੋਂ ਔਰ ਰਾਜਸਥਾਨ ਤੋਂ। ਹਾਲੇ ਤੱਕ ਇਹਦੀ ਕੋਈ ਵੈਕਸੀਨ ਨਹੀਂ ਆਈ, ਔਰ ਇਹਦੇ 'ਚ ਇਹ ਲੱਛਣ ਇਹ ਹੈਗੇ ਆ, ਜਦੋਂ ਫਿੰਸੀ ਹੋ ਜਾਂਦੀ ਹੈ, ਫਿਰ ਥੋੜਾ ਜਿਹਾ ਉਹਨੂੰ ਫੋੜਾ ਹੋ ਜਾਂਦਾ, ਫਿਰ ਉਹ ਫਟ ਜਾਂਦਾ ਹੈ, ਔਰ ਜਿਹੜੇ ਡੰਗਰ ਹੈ ਉਹ ਪੱਠੇ ਛੱਡ ਦਿੰਦਾ ਤੇ ਮੂੰਹ ਦੇ ਵਿੱਚੋਂ ਉਹਦੇ ਲਾਰ ਨਿਕਲਣ ਲੱਗ ਪੈਂਦੀ ਹੈ, ਔਰ ਦੁੱਧ ਵੀ ਨਹੀਂ ਉਹ ਦਿੰਦੇ, ਔਰ ਉਹ ਪਸ਼ੂ ਜਿਹੜਾ ਬੈਠ ਵੀ ਨਹੀਂ ਸਕਦਾ, ਲੱਤਾਂ ਮੋੜਨ ਤੋਂ ਉਹਦੀਆਂ ਹਟ ਜਾਂਦੀਆਂ, ਔਰ ਜਿਹੜੀ ਐਂਟੀਬਾਇਓਟਿਕ ਹੈ ਜਾਂ ਲਿਵਰ ਟੌਨਿਕ ਹੈਗਾ ਉਹ ਦਿੱਤਾ ਜਾ ਰਿਹਾ ਇਹਨੂੰ। ਲੇਕਿਨ ਇਮਿਊਨ ਸਿਸਟਮ ਜਦੋਂ ਕਮਜ਼ੋਰ ਹੋ ਰਿਹਾ ਤੇ ਉਦੋਂ ਮੌਤ ਦਰ ਜਿਹੜੀ ਇਹ ਕਾਫੀ ਵੱਧ ਜਾਂਦੀ ਹੈ। ਜਦੋਂ ਉਹਨੇ ਫੀਡ ਜਾਂ ਕੋਈ ਕੱਖ ਨਹੀਂ ਖਾਣਾ ਤਾਂ ਡੰਗਰ ਸੁਭਾਵਿਕ ਤੌਰ ਦੇ ਉੱਤੇ ਹੈ, ਪਾਣੀ ਵੀ ਨਹੀਂ ਤੋਂ ਪੀਤਾ ਜਾਂਦਾ, ਪਸ਼ੂ ਤੋਂ ਬੈਠਿਆ ਵੀ ਨਹੀਂ ਜਾਂਦਾ, ਔਰ ਜਿਹੜੇ ਪਸ਼ੂ ਨਰੋਏ ਨੇ, ਜਿਹੜੇ ਰਿਕਵਰੀ ਕਰਕੇ ਉਹਨਾਂ ਦੀਆਂ ਲੱਤਾਂ ਸੁੱਜ ਗਈਆਂ, ਔਰ ਜਿਹੜਾ 15 16 ਲੀਟਰ ਦੁੱਧ ਦਿੰਦਾ ਸੀ ਪਸ਼ੂ, ਉਹ 2 3 ਲੀਟਰ ਤੇ ਆ ਗਿਆ। ਸਰਕਾਰੀ ਤੌਰ ਦੇ ਉੱਤੇ ਹਾਲੇ ਤੱਕ ਕੋਈ ਇਹਦੀ ਵੈਕਸੀਨ ਨਹੀਂ ਬਣੀ। ਗੌਟਪੌਕਸ ਦੀ ਇੱਕ ਵੈਕਸੀਨ ਹੈਗੀ ਹੈ, ਗੌਟਪੌਕਸ ਵਾਲੀ। ਉਹ ਗੌਟਪੌਕਸ ਵਾਲੀ ਜਿਹੜੀ ਇੰਜੈਕਸ਼ਨ ਹੈ ਉਹ ਲਗਾਇਆ ਜਾ ਰਿਹਾ ਹੈ। ਲੰਪੀ ਸਕਿਨ ਦੇ ਨਾਲ ਬਹੁਤ ਸਾਰੀਆਂ ਮੌਤਾਂ ਵੀ ਹੋਈਆਂ ਨੇ ਜਿਹੜੀਆਂ ਗਾਵਾਂ ਦੀਆਂ। ਮੱਝਾਂ 'ਚ ਇਹ ਬਿਮਾਰੀ ਨਹੀਂ ਹੈ, ਲੇਕਿਨ ਬਹੁਤ ਸਾਰੇ ਔੜ-ਪੌੜ ਵੀ ਕੀਤੇ ਜਾ ਰਹੇ ਨੇ। ਕੁਝ ਲੋਕ ਦੇਸੀ ਟੋਟਕੇ ਵੀ ਦੱਸ ਰਹੇ ਨੇ ਕਿ ਤੁਸੀਂ ਗੁੱਗਲ ਦੀ ਤੇ ਨਿੰਮ ਦੀ ਜਿਹੜੀ ਹੈ ਉਹਦਾ ਧੂੰਆਂ ਕਰੋ, ਕਿਉਂਕਿ ਮੱਛਰ ਜਦੋਂ ਫੈਲਦਾ ਹੈ ਤੇ ਮੱਛਰ ਉਹਦੀ ਬਰੀਡਿੰਗ ਹੈ ਜਿਹੜੀ ਉਹ ਸ਼ਾਮ ਨੂੰ ਜ਼ਿਆਦਾ ਹੁੰਦੀ ਹੈ ਤੇ ਮੱਛਰ ਤੋਂ ਇਹ ਬਿਮਾਰੀ ਜਿਹੜੀ ਫੈਲੀ ਹੈ। ਹੁਣ ਪੰਜਾਬ ਦੇ ਵਿੱਚ ਕੁੱਲ 550 ਦੇ ਵਿੱਚੋਂ ਜੇ ਅਸੀਂ ਕਹਿ ਸਕਦੇ ਹਾਂ 31 ਗਊਸ਼ਾਲਾ ਦੇ ਵਿੱਚ ਇਹ ਬਿਮਾਰੀ ਤੋਂ ਪੀੜਤ ਜਿਹੜੀਆਂ ਗਾਵਾਂ ਦੀ ਮੌਤ ਵੀ ਹੋ ਚੁੱਕੀ ਹੈ। ਔਰ ਦੂਜਾ, ਹੁਣ ਸਰਕਾਰ ਨੇ ਵੈਕਸੀਨ ਦੀ ਗੱਲ ਕਹੀ ਹੈ ਵੀ ਅਸੀਂ ਵੈਕਸੀਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਪਹਿਲੀ ਵਾਰੀ ਆਈ ਹੈ, ਔਰ 76 ਲੱਖ ਰੁਪਈਆ ਸੂਬਾ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਨੂੰ ਦਿੱਤਾ ਹੈ, ਤੇ ਨਾਲ ਉਹਨਾਂ ਨੇ ਆਖਿਆ ਵੀ ਜੇ ਕਿਸੇ ਹੋਰ ਪੈਸੇ ਦੀ ਲੋੜ ਪਈ ਤਾਂ ਅਸੀਂ ਉਹ ਵੀ ਦੇਵਾਂਗੇ। ਲੇਕਿਨ ਅੱਜ ਖੇਤੀ ਮੰਤਰੀ ਨੂੰ ਵੀ ਇਹ ਗੱਲ ਕੁਐਸਚਨ ਕੀਤਾ ਸੀਗਾ ਵੀ ਜਿਹੜੇ ਕਿਸਾਨਾਂ ਦੀਆਂ ਗਾਵਾਂ ਦੀ ਡੈਥ ਹੋ ਗਈ, ਕਿਉਂਕਿ ਕਈ ਪਸ਼ੂ ਪਾਲਣ ਦਾ ਧੰਦਾ ਕਰਦੇ ਨੇ, ਜਿਵੇਂ ਹਰਜਿੰਦਰ ਕੌਰ ਜਿਹੜੀ ਐਥਲੈਟਿਕਸ ਦੇ ਵਿੱਚ ਜਿਹਨੇ ਆਪਣਾ ਜਿਹੜਾ ਵੇਟ ਲਿਫਟਿੰਗ ਦੇ ਵਿੱਚ ਕਾਂਸੀ ਦਾ ਮੈਡਲ ਜਿੱਤਿਆ, ਉਹ ਪੱਠੇ ਕੁਤਰਦੀ ਤਾਂ ਕਰਕੇ ਉਹਦੀਆਂ ਬਾਹਾਂ ਮਜ਼ਬੂਤ ਸੀ ਤੇ ਉਹਦਾ ਪਰਿਵਾਰ ਹੈ ਜਿਹੜਾ ਨਾਭੇ ਦੇ ਵਿੱਚ ਪਟਿਆਲੇ ਦੇ ਲਾਗੇ ਜਿਹੜਾ ਪਿੰਡ ਹੈ ਉੱਥੇ ਉਹ ਗਾਵਾਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਹੈ। ਹੁਣ ਇਸ ਤਰ੍ਹਾਂ ਬਹੁਤ ਸਾਰੇ ਐਸੇ ਕਿਸਾਨ ਨੇ ਜਿਹੜੇ ਗਾਵਾਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਦੇ, ਜਿਨ੍ਹਾਂ ਕੋਲ ਜ਼ਮੀਨ ਵੀ ਘੱਟ ਹੈ ਜਾਂ ਜ਼ਮੀਨ ਬੇਜ਼ਮੀਨ ਕਿਸਾਨ ਹੈ, ਤੇ ਉਹਨਾਂ ਦੇ ਜਦੋਂ ਪਸ਼ੂ ਮਰ ਗਏ, 2 3 ਪਸ਼ੂ ਮਰ ਗਏ, ਤਾਂ ਉਹਨਾਂ ਦਾ ਆਰਥਿਕ ਤੌਰ ਤੇ ਨੁਕਸਾਨ ਹੋਇਆ ਹੈ, ਤਾਂ ਉਹਨਾਂ ਨੂੰ ਵੀ ਕੋਈ ਜਿਹੜੀ ਰਾਹਤ ਹੈ ਉਹ ਰਾਸ਼ੀ ਦਿੱਤੇ ਜਾਏ। ਇਸ ਤਰ੍ਹਾਂ ਦੀ ਗੱਲ ਵੀ ਜਿਹੜੀ ਉੱਠੀ ਹੈ। ਲੰਪੀ ਸਕਿਨ ਜਿਹੜੀ ਬਿਮਾਰੀ ਹੈਗੀ ਹੈ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ। ਰਾਜਸਥਾਨ ਤੋਂ, ਗੁਜਰਾਤ ਤੋਂ ਔਰ ਮਹਾਰਾਸ਼ਟਰ ਤੋਂ ਜਦੋਂ ਇਹ ਬਿਮਾਰੀ ਆਈ ਹੈ, ਤਾਂ ਹੁਣ ਜਿਹੜੀਆਂ ਸਰਕਾਰ ਨੇ ਜਦੋਂ ਅੱਖਾਂ ਖੁੱਲੀਆਂ ਤਾਂ ਹੁਣ ਜਿਹੜੇ ਪਸ਼ੂ ਮੇਲੇ ਜਿਹੜੇ ਲਾਏ ਜਾਂਦੇ ਸੀਗੇ ਸਾਡੇ ਪੰਜਾਬ ਦੇ ਵਿੱਚ, ਉਹਨਾਂ ਤੇ ਵੀ ਬੈਨ ਕੀਤਾ ਤਾਂ ਜੋ ਟਰੈਵਲ ਹੋ ਕੇ ਇਹ ਬਿਮਾਰੀ ਅੱਗੇ ਨਾ ਫੈਲ ਸਕੇ। ਇਹ ਵਾਇਰਸ ਹੈਗਾ ਇੱਕ, ਇਹ ਟਰੈਵਲ ਹੋ ਕੇ ਹੀ ਹੈ। ਜਸਵਿੰਦਰ ਸਿੰਘ ਜੀ, ਸ਼ੁਕਰੀਆ ਤੁਹਾਡਾ।